ਜਿਹੜਾ ਯੋਗੀ ਜੀ ਆਪ ਜੀ ਨੇ ਦੱਸਿਆ ਕਿ ਇੱਕ ਪ੍ਰੋਗਰੈਸਿਵ ਪਾਥ ਹੈ ਮਨ ਸਾਫ਼ ਕਰਨ ਨੂੰ, ਔਰ ਦੂਜਾ ਰਾਹ ਜਿਹੜਾ ਕਿਹਾ ਗਾਡੀ ਰਾਹ, ਜਿਹਨੂੰ ਕਈ ਡਾਇਰੈਕਟ ਪਾ, ਕਈ ਪੰਛੀ ਮਾਰਗ ਵੀ ਕਹਿੰਦੇ ਨੇ। ਤਾਂ ਕੀ ਮਨ ਸਾਫ਼ ਕਰਨ ਤੋਂ ਬਗੈਰ ਬ੍ਰਹਮ ਗਿਆਨ ਹੋ ਸਕਦਾ? ਹਾਂ, ਬ੍ਰਹਮ ਗਿਆਨ ਹੁਣ ਵੀ ਹੈ ਪਰ ਪਤਾ ਨਹੀਂ ਗਾ। ਜਦੋਂ ਮਨ ਸਾਫ਼ ਹੋਏਗਾ, ਬ੍ਰਹਮ ਗਿਆਨ ਹੋਣ ਦੀ ਕੋਈ ਚੀਜ਼ ਨਹੀਂ ਹੈ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਿਉਂ ਨਾ ਪਾਇਆ ਜਾਏ? ਕਿਉਂਕਿ ਪਿਆ ਹੋਇਆ ਹੈ। ਜਿਹੜਾ ਤੁਹਾਡੇ ਤੋਂ ਦੂਰ ਹੈ ਤੁਸੀਂ ਉੱਥੇ ਪਹੁੰਚ ਸਕਦੇ ਨਾ, ਜੋ ਤੇ ਪਹਿਲਾਂ ਹੀ ਤੁਹਾਡਾ ਨਿੱਜ ਆਪਾ ਹੈ ਉੱਥੇ ਤੇ ਪਹੁੰਚਣਾ ਕੀ ਹੈ। ਤਾਂ ਹੀ ਕਹਿੰਦੇ ਨੇ ਵਹਾਂ ਤੱਕ ਜਾਈਏ ਜੇ ਇਹਾਂ ਨਾ ਹੋਏ। ਤਾਂ ਇਹ ਕੋਈ ਪਾਉਣ ਦੀ, ਕੋਈ ਪਹੁੰਚਣ ਦੀ ਕੋਈ ਮੰਜ਼ਿਲ ਨਹੀਂ ਗੀ। ਤੁਸੀਂ ਜਿੱਥੇ ਜਾਣਾ ਹੈ ਤੁਸੀਂ ਉੱਥੇ ਹੋ, ਬਸ ਇਸ ਨੂੰ ਪਛਾਣਨਾ ਹੈ। ਅਤੇ ਜਦੋਂ ਮਨ ਸਾਫ਼ ਹੋ ਜਾਂਦਾ ਹੈ ਤਾਂ ਇਸ ਨੂੰ ਪਛਾਣਨਾ ਸੌਖਾ ਹੋ ਜਾਂਦਾ ਹੈ। ਇਹ ਇਹਦਾ ਜਵਾਬ। ਮਨ ਸਾਫ਼ ਕਰਨਾ ਜ਼ਰੂਰੀ, ਪ੍ਰੋਗਰੈਸਿਵ ਮਾਰਗ ਤਾਂ ਸਾਨੂੰ ਕਰਨਾ ਹੀ ਪਏਗਾ। ਥੈਂਕ ਯੂ। ਹੁਣ ਆਪਾਂ ਇੱਥੇ ਐਡ ਕਰ ਦਈਏ ਗੁਰਪ੍ਰਸਾਦ। ਕਈਆਂ ਜਾਗਦੀਆਂ ਦੇ ਰਹਿਣ ਭਾਗ ਸੁੱਤੇ, ਆ ਗਈ ਉਹੀ ਗੱਲ। ਤੋ ਗੁਰੂ ਪ੍ਰਸਾਦ ਵੀ ਇੱਥੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਕਈ ਰਾਤ ਦਿਨ ਜਾਗਦੇ ਨੇ ਪਰ ਸੁੱਤੇ ਰਹਿੰਦੇ ਨੇ ਭਾਗ, ਅਤੇ ਕਈ ਭਾਗ ਲਾਉਂਦਾ ਕਈਆਂ ਸੁੱਤੀਆਂ ਨੇ, ਹੁਣੇ ਮੈਂ ਬੋਲਿਆ। ਤੋ ਗੁਰਪ੍ਰਸਾਦ ਜਿਹੜਾ ਹੈ ਇਹ ਪਲੇਸ ਇੰਪੋਰਟੈਂਟ ਰੋਲ। ਬਟ ਆਰਡੀਨਰੀਲੀ ਜੋ ਆਮ ਜਿਹੜੀ ਵਿਚਾਰ ਹੈ ਜਾਂ ਆਮ ਜਿਹੜਾ ਸਿਧਾਂਤ ਹੈ ਕਿ ਪਹਿਲਾਂ ਸਾਨੂੰ ਮਨ ਸਾਫ਼ ਕਰਨਾ ਪੜੇਗਾ। ਮਨ ਸਾਫ਼ ਕਰਨ ਦੇ ਕਈ ਵਸੀਲੇ ਨੇ, ਸੇਵਾ, ਸਿਮਰਨ। ਔਰ ਜਦੋਂ ਸਾਡੇ ਅੰਦਰ 72,000 ਨਾੜੀਆਂ ਨੇ, ਮਰ ਕਹਿੰਦੇ ਬਟੂਆ ਇੱਕ 72 ਆਧਾਰੀ, ਇਹਨਾਂ ਅੰਦਰ ਐਨਰਜੀ ਸਟੈਗਨੈਂਟ ਆ। ਇਹ 72,000 ਨਾੜੀਆਂ ਨੂੰ ਕਹਿੰਦੇ ਨੇ ਇੰਦਰਜਾਲ। ਇੰਦਰੀਆਂ ਦਾ ਜਾਲ। ਇਹਨਾਂ 72,000 ਨਾੜੀਆਂ ਜਦੋਂ ਐਨਰਜੀ, ਪ੍ਰਾਣ ਇਹਨਾਂ 'ਚ ਸਟੈਗਨੈਂਟ ਆ, ਲਾਈਫ ਸਟੈਗਨੈਂਟ ਆ। ਜਦੋਂ ਆਪਾਂ ਪ੍ਰਾਣਾਯਾਮ, ਪਵਨ ਗੁਰੂ ਦੀ ਆਰਾਧਨਾ ਕਰਦੇ ਹਾਂ, ਜਦੋਂ ਆਪਾਂ ਪਵਨ ਦੀ ਸਾਧਨਾ ਕਰਦੇ ਹਾਂ, ਆਪਣੇ ਸਰੀਰ ਨੂੰ ਸਾਫ਼ ਕਰਦੇ ਹਾਂ, ਭਾਵੇਂ ਤੁਸੀਂ ਫਾਸਟਿੰਗ ਰਾਹੀਂ ਕਰ ਲਓ, ਭਾਵੇਂ ਪ੍ਰਾਣਾਯਾਮ ਰਾਹੀਂ ਕਰ ਲਓ, ਭਾਵੇਂ ਆਸਣਾ ਰਾਹੀਂ ਕਰ ਲਓ, ਭਾਵੇਂ ਸੇਵਾ ਰਾਹੀਂ ਕਰ ਲਓ, ਭਾਵੇਂ ਜਾਪ ਰਾਹੀਂ ਕਰ ਲਓ, ਤਾਂ ਜਦੋਂ ਉਹ ਸਾਫ਼ ਹੋ ਜਾਂਦੀਆਂ ਨੇ ਨਾੜੀਆਂ, ਤਾਂ ਜਿਹੜਾ ਪਵਨ ਹੈ, ਇੱਕ ਜੋ ਪ੍ਰਾਣ ਹੈ, ਜਦੋਂ ਸਾਡੇ ਭੀਤਰ ਜਾਂਦਾ ਹੈ ਤਾਂ ਪੰਜਾਂ 'ਚ ਆਪਣੇ ਆਪ ਨੂੰ ਵੰਡ ਲੈਂਦਾ। ਇਹਨੂੰ ਕਹਿੰਦੇ ਨੇ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਛੇ ਪਾਵੈ ਦਰਗਹਿ ਮਾਨ। ਇਹ ਜੋ ਪੰਜ ਪ੍ਰਾਣ, ਪ੍ਰਾਣ, ਅਪਾਨ, ਸਮਾਨ, ਉਦਿਆਨ, ਵਿਆਨ, ਇਹ ਸਾਡੇ ਸਰੀਰ 'ਚ ਜਾ ਕੇ ਜਦੋਂ ਕੰਪਲੀਟਲੀ ਇਹ ਫਲੋ ਹੋਣ ਲੱਗ ਪੈਂਦੇ ਨੇ, ਦ 5 ਵਿੰਡਸ ਆਫ ਲਾਈਫ ਇਹਨਾਂ ਨੂੰ ਕਹਿੰਦੇ ਨੇ, ਤਾਂ ਫਿਰ ਕਰਮਾਂ ਤੋਂ ਬੰਦਾ ਟ੍ਰਾਂਸੈਂਡ ਹੋ ਜਾਂਦਾ ਹੈ। ਜਦੋਂ ਇਹ 72,000 ਨਾੜੀਆਂ ਸਟੈਗਨੈਂਟ ਨੇ, ਉਹਨੂੰ ਕਹਿੰਦੇ ਨੇ ਕਾਰਮਿਕ ਬਲੌਕ। ਕਰਮਾਂ ਦਾ ਬੰਧਨ ਕੀ ਹੈ? ਜਿਹੜੇ ਪ੍ਰਾਣ, ਜਿਹੜਾ ਇੱਕ ਪ੍ਰਾਣ ਹੈ, ਪ੍ਰਾਣਪਤੀ ਤੋਂ ਆ ਰਿਹਾ ਪ੍ਰਾਣ ਹੈ, ਅਤੇ ਤੁਹਾਨੂੰ ਪ੍ਰਾਣੀ ਹੋਣ ਦਾ ਅਨੁਭਵ ਹੋਣਾ ਸੰਪੂਰਨ ਨਹੀਂ ਹੋ ਰਿਹਾ, ਕਿਉਂਕਿ ਉਹ 72,000 ਨਾੜੀਆਂ ਦੇ ਅੰਦਰ ਫਰੀਲੀ ਫਲੋ ਨਹੀਂ ਹੋ ਰਿਹਾ। ਜਦੋਂ ਫਰੀਲੀ ਫਲੋ ਨਹੀਂ ਹੋ ਰਿਹਾ, ਉਹਨੂੰ ਕਹਿੰਦੇ ਨੇ ਕਰਮਾ, ਕਾਰਮਿਕ ਬੰਧਨ। ਜਦੋਂ ਉਹ ਫਲੋ ਹੋਣ ਲੱਗ ਪਏ ਤਾਂ ਉਹਨੂੰ ਕਹਿੰਦੇ ਨੇ ਧਰਮਾ। ਉਹ ਸਾਰੀ ਐਨਰਜੀ ਤੁਹਾਡੇ ਭੀਤਰ ਫਲੋ ਹੋਣ ਲੱਗ ਪਏ, ਉਹਨੂੰ ਹੀ ਧਰਮ ਕਹਿੰਦੇ ਨੇ। ਪ੍ਰਾਣਾਯਾਮ ਨਾਲ ਜਾਂ ਯੋਗ ਸਾਧਨਾ ਨਾਲ, ਸਾਸ ਗਿਰਾਸ ਵਾਲਾ ਸਿਮਰਨ ਆਪਾਂ ਇਹਨੂੰ ਕਹਿ ਲਾਂਗੇ। ਸਾਸ ਗਿਰਾਸ, ਜਿੰਨਾ ਸਾਸ ਗਿਰਾਸ ਨਾ ਵਿਸਰੇ, ਇਹਦੇ ਨਾਲ ਮਨ ਦੀ ਸ਼ੁੱਧੀ ਹੁੰਦੀ ਹੈ। ਇਹਦੇ ਨਾਲ ਮਨ ਸ਼ੁੱਧੀ ਹੁੰਦੀ ਆ, ਪਵਨ ਦੇ ਨਾਲ ਹੀ ਸ਼ੁੱਧੀ ਹੁੰਦੀ ਆ। ਅਤੇ ਜਿਹੜਾ ਆਪਾਂ ਹੋਰ ਪਾਠ ਕਰਦੇ ਹਾਂ ਜਾਂ ਉਹਦੇ ਨਾਲ ਵੀ ਮਨ ਦੀ ਸ਼ੁੱਧੀ ਹੁੰਦੀ ਹੈ। ਹਾਂ ਜੀ, ਕਿਉਂਕਿ ਜਦੋਂ ਆਪਾਂ ਪਾਠ ਕਰਦੇ ਹਾਂ ਨਾ, ਦੇਖੋ ਹੁਣ ਜਪਜੀ ਸਾਹਿਬ ਦੇ ਅੰਦਰ ਕਈ ਪੌੜੀਆਂ ਲੰਬੀਆਂ ਨੇ, ਕਈ ਛੋਟੀਆਂ ਨੇ, ਇਹਦੀ ਵੀ ਇੱਕ ਸਾਇੰਸ ਆ। ਔਰ ਪਾਠ ਜਦੋਂ ਕਰਨਾ ਹੈ, ਪਵਨ ਨੂੰ ਵਿੱਚ ਨਾਲ ਲਿਆਉਣਾ ਹੈ। ਬਾਰੇ ਕਹਿੰਦੇ ਨੇ, ਅਕਸਰ ਆਪਾਂ ਪੜ੍ਹਦੇ ਹਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ, ਬਟ ਇਹਦੀ ਪਹਿਲੀ ਤੋਕਾ ਕੋਈ ਨਹੀਂ ਪੜ੍ਹਦਾ। ਪਹਿਲੀ ਤੋਕਾ ਪਵਨ ਆਰੰਭ, ਪਵਨ ਆਰੰਭ, ਸਤਿਗੁਰ ਮਤ ਵੇਲਾ। ਸਤਿਗੁਰੂ ਦੀ ਮਤ ਦਾ ਡਿਮੈਂਸ਼ਨ ਪਵਨ ਦੀ ਆਰੰਭਤਾ ਨਾਲ ਹੋਏਗਾ। ਫਿਰ ਸ਼ਬਦ ਗੁਰੂ ਸੁਰਤ ਧੁਨ ਚੇਲਾ, ਜੋ ਪੁਰਾਣੀ ਸਾਧਨਾ ਹੈ, ਜੋ ਸਾਧੂ ਮਹਾਤਮਾ ਇਤਿਆਦ ਉਦਾਸੀਨ ਪਰੰਪਰਾ ਅੰਦਰ, ਨਿਰਮਲ ਸੰਪਰਦਾ ਅੰਦਰ, ਜਿਸ ਨਾਲ ਦਾਸ ਦਾ ਸੰਬੰਧ ਹੈ, ਉਹਨਾਂ ਅੰਦਰ ਜੋ ਪੁਰਾਣੀਆਂ ਸਾਧਨਾਵਾਂ ਹਨ, ਉਹਨਾਂ 'ਚ ਦੱਸਿਆ ਜਾਂਦਾ ਹੈ ਕਿ ਪਵਨ ਨੂੰ ਨਾਲ ਅਸੀਂ ਰਲਾਉਣਾ ਹੈ ਸ਼ਬਦ ਦੇ। ਜਦੋਂ ਆਪਾਂ ਪਾਠ ਕਰਦੇ ਹਾਂ, ਇਨਹੇਲ ਕਰੋ, ਸੋਚਿਆ ਸੋਚ ਨਾ ਹੋਵੀ ਜੇ ਸੋਚੀ ਲਖਵਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾਂ ਹੋਈਐ ਕਿਵ ਕੂੜਾ ਟੁੱਟੇ ਭਾਲ। ਹੁਣ ਇਹ ਸਵਾਸਾਂ ਦੀ ਨਾਲ ਮੈਂ ਉਹਨਾਂ ਦੀ ਰੇਟ ਨੂੰ ਚੇਂਜ ਕਰ ਰਿਹਾ। ਰੇਟ ਐਂਡ ਲੈਂਥ ਆਫ ਦੀ ਬ੍ਰੈਥ ਇਜ਼ ਵੈਰੀ ਇੰਪੋਰਟੈਂਟ। ਇਨ ਦੀ ਵਰਡਸ ਆਫ ਮਾਈ ਬਿਲਵਡ ਮਾਸਟਰ, ਹੀ ਯੂਜ਼ਡ ਟੂ ਸੇ, ਅ ਮੈਡੀਟੇਸ਼ਨ that cannot change the rate and the length of your breath. I repeat, a meditation that cannot change the rate and the length of your breath is useless. So ਇਹ ਬਾਜੋਂ ਇਲਮ
ਬਾਜੋਂ ਇਲਮ ਜੇ ਕਰੇ ਫਕੀਰੀ, ਬਾਜੋਂ ਇਲਮ ਜੇ ਕਰੇ ਫਕੀਰੀ, ਜਾਹਿਲ ਮਰੇ ਦੀਵਾਨਾ ਹੂ, ਸਹਿ ਵਰਿਆਂ ਦੀ ਕਰੇ ਇਬਾਦਤ, ਅੱਲਾ ਵੱਲੋਂ ਬੇਗਾਨਾ ਹੂ। ਸਮਝ ਆਈ? ਤੋ ਇਹ ਪੁਰਾਣੀਆਂ ਜਿਹੜੀਆਂ ਵਿਧੀਆਂ ਨੇ, ਕਿਉਂਕਿ 100 ਵਰੇ ਵੀ ਤੂੰ ਇਲਮ ਤੋਂ ਬਿਨਾ, ਇੱਕ ਟੈਕਨੀਕ, ਇੱਕ ਟੂਲ ਤੋਂ ਬਿਨਾ 100 ਵਰੇ ਇਬਾਦਤ ਕਰੇਂਗਾ, ਫਿਰ ਵੀ ਤੂੰ ਅੱਲਾ ਦੇ ਵੱਲੋਂ, ਪਰਮਾਤਮਾ ਦੇ ਵੱਲੋਂ ਬੇਗਾਨਾ ਰਹੇਗਾ। ਤੋ ਸਤਪੁਰਸ਼ਾਂ ਨੇ, ਜਿਨ੍ਹਾਂ ਨੇ ਇਸ ਮਾਰਗ 'ਤੇ ਤੁਰੇ ਨੇ, ਜਿਨ੍ਹਾਂ ਨੇ ਇਸ ਘਾਲਣਾ ਘਾਲੀਆਂ ਨੇ, ਇੱਕ ਪੁਰਾਣੀ ਪਰੰਪਰਾ ਹੈ ਕਿ ਉਹਨਾਂ ਨਾਲ ਬੈਠ ਕੇ, ਉਹਨਾਂ ਨਾਲ ਵਿਚਾਰ ਕਰਕੇ, ਉਹਨਾਂ ਤੋਂ ਕੁਝ ਸਿੱਖ ਕੇ ਫਿਰ ਆਪਣੀ ਸਾਧਨਾ ਆਰੰਭ ਕਰੋ। ਹੁਣ ਸਾਧਨਾ ਦਾ ਵੀ ਜੋ ਮਤਲਬ ਹੈ ਨਾ, ਆਪਾਂ ਕਹਿੰਦੇ ਸਾਧਨਾ ਕਰਨੀ, ਸਾਧਨਾ ਕਰਨੀ, ਸਾਧਨਾ ਦਾ ਮਤਲਬ ਹੈ ਸਾ ਹਾ ਤਨਾ, ਸਾਹਾ ਤਨਾ, ਤੇਰੇ ਸਾਹਾਂ 'ਚ ਇੱਕ ਧਨ ਆ। ਇਹਦਾ ਅਰਥ ਵੀ ਤੁਸੀਂ ਦੇਖ ਲਓ, ਠੀਕ? ਜਦੋਂ ਸਵਾਸ ਆਉਂਦਾ ਹੈ ਉਹਦੇ ਅੰਦਰ ਨਾਦ ਗੂੰਜਦਾ ਹੈ ਸਾ, ਜਦੋਂ ਸਵਾਸ ਜਾਂਦਾ ਹੈ ਉਹਦੇ ਅੰਦਰ ਕੁਦਰਤ ਵੱਲੋਂ ਹੀ ਇੱਕ ਨਾਦ ਗੂੰਜਦਾ ਹੈ, ਉਹਨੂੰ ਕਹਿੰਦੇ ਨੇ ਹਾ। ਸੁਣ ਲਿਆ? ਸਾ, ਇਹਨੂੰ ਸਾਹ ਕਹਿੰਦੇ ਨੇ। ਕਿ ਆਉਂਦੀ ਸਾਹ ਦੇ ਵਿੱਚ ਪਰਮਾਤਮਾ ਵੱਲੋਂ, ਕੁਦਰਤ ਵੱਲੋਂ ਇੱਕ ਧੁਨ, ਇੱਕ ਪਰਮਾਤਮਾ ਵੱਲੋਂ ਇੱਕ ਨਾਦ ਗੂੰਜਦਾ ਹੈ, ਉਹ ਸਾਹ ਦਾ ਸਾਊਂਡ ਹੈ, ਤੇ ਜਾਂਦਾ ਹੋਇਆ ਹਾ ਦਾ ਸਾਊਂਡ ਹੈ। ਆਉਂਦੇ ਸਵਾਸ ਨੂੰ ਕਹਿੰਦੇ ਨੇ ਸਾਕਾਰ, ਸਾਕਾਰ, ਜਿਹਦੇ ਕਰਕੇ ਸਾਰਾ ਆਕਾਰ ਆ। ਜੇ ਆ ਸਾਕਾਰ ਨਹੀਂ ਹੈ ਤਾਂ ਆ ਸਾਕਾਰ ਨਹੀਂ ਹੈ। ਸਮਝ ਆ ਗਈ? ਇਫ ਦੇਰ ਇਜ਼ ਨੋ ਕਮਿੰਗ ਬ੍ਰੈਥ, ਦੇਰ ਇਜ਼ ਨੋ ਵਰਲਡ। So this world which seems real is only because my breath is real. तो मेरे साकार ने आ साकार किया है, जे आ साकार नहीं होगा आ साकार नहीं हो सकता। तो सृष्टि मेरे करके है, मैं सृष्टि करके नहीं गा। समझ आई? आउंदा श्वास साकार, जांदा श्वास नूं कहंदे ने हाकार। आपां कहंदे ने हाहाकार, फलानी तां हाहाकार मच गई। हाहाकार मीन्स डेथ, साकार मीन्स क्रिएशन, हाकार मीन्स डिस्ट्रक्शन। पंजाबी च कई वरतते हैं, हाहाकार पै गई। तो हाहाकार की है? आ वा हाकार। द गोइंग ऑफ द ब्रेथ इज कॉल्ड हाकार, डिस्ट्रक्शन। हुण क्रिएशन एंड डिस्ट्रक्शन, लाइफ एंड डेथ, ਇਹਦੇ ਵਿੱਚ ਇੱਕ ਧਨ ਵਾ ਦੱਬਿਆ ਹੋਇਆ, ਉਹਨੂੰ ਲੱਭਣ ਦਾ ਨਾਂ ਸਾਹਾ ਧਨਾ। ਤੋ ਸਵਾਸ ਤੋਂ ਬਿਨਾ, ਪਵਨ ਤੋਂ ਬਿਨਾ ਤੁਸੀਂ ਇਹ ਧਨ ਵੀ ਨਹੀਂ ਲੱਭ ਸਕਦੇ। ਇਹ ਪੁਰਾਣੇ ਟੂਲਸ ਨੇ ਜੋ ਹੁਣ ਆ ਰਹੇ ਨੇ, ਐਂਡ ਸਾਇੰਟੀਫਿਕਲੀ ਪ੍ਰੂਵਨ ਹਾਊ ਬ੍ਰੈਥ controls your emotions, how breath controls your life. Everything that you have ever felt, physically, mentally, energetically, is nothing but the movement of the breath. Somebody asked a master, there was a flag and the flag was moving. Somebody asked him, what is moving? The master asked the students, what is moving? One said, the flag is moving. The next said, no, the mind is, the wind is moving. And the third one said, mind is moving. And the fourth one said, the breath is moving. Because when the breath moves, this experience is there. If the breath stops, there's no experience. So ਇਹਦੇ ਅੰਦਰ ਇਹ ਸਾ ਤੇ ਹਾ ਦੇ ਵਿੱਚ ਇੱਕ ਧਨ ਹੈ। ਉਹ ਕੀ ਹੈ? ਸਤ ਔਰ ਚਿਤ, ਬੀਇੰਗ ਐਂਡ ਨੋਇੰਗ। ਉਹ ਇਹਦੇ ਤੋਂ ਵੀ ਪਰੇ ਆ। ਔਰ ਇਹ ਕਿੱਥੇ ਜਾ ਕੇ ਅਨੁਭਵ ਹੁੰਦਾ ਹੈ? ਮੈਂ ਥੋੜ੍ਹਾ ਜਿਹਾ ਡਾਈਵ ਕਰ ਲਾਂ ਇਹਦੇ ਅੰਦਰ, ਥੋੜ੍ਹਾ ਜਿਹਾ। 10 ਉਂਗਲਾਂ ਪਰੇ, 10 ਉਂਗਲਾਂ ਪਰੇ ਪਰਮਾਤਮਾ ਦਾ ਅਨੁਭਵ ਹੁੰਦਾ ਹੈ। ਹਰ ਸਵਾਸ ਦੇ ਵਿੱਚ 2 ਵਾਰੀ ਪਰਮਾਤਮਾ ਤੁਹਾਡੇ ਸਾਹਮਣੇ ਰੂਬਰੂ ਹੁੰਦਾ ਹੈ। ਬਟ ਗਵਾਚਾ ਆਪ ਫਿਰੇ ਤੇ ਲੱਭੇ ਰੱਬ ਨੂੰ। ਰੱਬ ਤੇ ਹਾਜ਼ਰ ਹਜ਼ੂਰ ਹੈ ਕਿ ਜ਼ਾਹਿਰ ਜ਼ਹੂਰ ਹੈ। ਉਹ ਤੇ ਇੱਥੇ ਹੈ। ਦਿਸ ਹੋਣਾ, ਇਹ ਜਿਹੜਾ ਹੋਣਾ ਹੈ ਨਾ, ਇੰਡੀਪੈਂਡੈਂਟ ਆਫ ਦਾ ਪਾਸਟ and independent of the future, ਇਹ ਬ੍ਰਹਮ ਹੈ। This moment independent of your past story and independent of your future projections, ਇਹ ਬ੍ਰਹਮ ਹੈ, ਇਹ ਰੱਬ ਹੈ। ਔਰ ਇਹ ਕਦੀ ਵੀ ਨਹੀਂ ਜਾ ਰਿਹਾ, ਇਹ ਹਮੇਸ਼ਾ ਹੈ। ਪਰਮਾਤਮਾ ਉਹ ਹੈ ਜੋ ਹਮੇਸ਼ਾ ਹੈ। ਤੇ ਆ ਜਿਹੜਾ ਹੋਂਦ ਹੈ, ਆ ਜਿਹੜੀ ਇਸ ਵੇਲੇ ਹੋਂਦ ਹੈ ਸ੍ਰਿਸ਼ਟੀ ਦੀ, ਬ੍ਰਹਮੰਡ ਦੀ, ਮੇਰੀ, ਤੇਰੀ, ਸਭ ਦੀ, ਇਹ ਜਿਹੜੀ ਹੋਂਦ ਆ, ਜਦੋਂ ਆਪਾਂ ਇਹਨੂੰ ਇੰਡੀਪੈਂਡੈਂਟ ਆਫ ਮਾਈ ਪਾਸਟ, independent of my future projection, if I delete it, ਆਈ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਈ। If you can stop your breath, ਟੁਕ ਦਮ,
ਦਮ। ਜੇ ਤੂੰ ਇਹਨੂੰ ਰੋਕ ਲੈ, ਜਿੱਥੇ ਇਹ ਰੁਕਦਾ ਏ ਉੱਥੇ ਹਾਜ਼ਰ ਹਜ਼ੂਰ ਖੁਦਾ ਏ। ਹੁਣ ਇਹਦੇ 'ਚ ਥੋੜ੍ਹਾ ਜਿਹਾ ਡਾਈਵ ਕਰ ਲਈਏ, ਗੱਲਾਂ ਤੇ ਡੂੰਘੀਆਂ ਨੇ। ਹੁਣ ਜਦੋਂ ਸਵਾਸ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਹੁਣ ਦੇਖੋ ਜੋ ਕੁਝ ਵੀ ਮੈਂ ਦੱਸਿਆ ਇਹ ਗੁਰੂ ਗ੍ਰੰਥ ਸਾਹਿਬ ਦੇ ਆਧਾਰ 'ਤੇ ਆ। ਦਿਸ ਇਜ਼ ਦ ਲੋਸਟ ਸਾਇੰਸ ਆਫ ਆਵਰ ਸੇਜਸ ਦੈਟ ਵੀ ਹੈਵ ਲੋਸਟ। ਹੁਣ ਮਹਾਰਾਜ ਕਹਿੰਦੇ ਨੇ ਤ੍ਰੈ ਸੱਤ ਉਂਗਲ ਵਾਈ ਅਹੁਦੂ ਸ਼ੂਨਯ ਸੱਚ ਆਹਾਰੋ ਗੁਰਮੁਖ ਬੋਲੇ ਤਤ ਵਿਰੋਲੇ ਚੀਨੇ ਅਲਖਾ ਪਾਰੋ। ਮਹਾਰਾਜ 3 ਤੇ 7 10 ਉਂਗਲਾਂ ਪਰੇ ਸ਼ੂਨਯ, 10 ਉਂਗਲਾਂ ਪਰੇ ਬ੍ਰਹਮੇ, 10 ਉਂਗਲਾਂ ਪਰੇ। 3 ਤੇ 7 10, 4 8 9 ਤੇ 10 ਇੱਥੇ। ਜਦੋਂ ਆਪਾਂ ਸਵਾਸ ਬਾਹਰ ਸੁੱਟਦੇ ਹਾਂ, ਸਵਾਸ ਇੱਥੇ ਜਾ ਕੇ ਬ੍ਰਹਮ 'ਚ ਲੀਨ ਨਹੀਂ ਹੁੰਦਾ, ਯੂਨੀਵਰਸ ਵਿੱਚ ਲੀਨ ਨਹੀਂ ਹੁੰਦਾ। ਸਵਾਸ 10 ਉਂਗਲਾਂ ਜਾ ਕੇ ਬ੍ਰਹਿਮੰਡ 'ਚ ਲੀਨ ਹੁੰਦਾ ਹੈ। ਜੇ 10 ਉਂਗਲਾਂ ਤੋਂ ਵੱਧ ਜਾਵੇ ਤਾਂ ਸਟ੍ਰੈਸ ਸ਼ੁਰੂ ਹੋ ਜਾਂਦੀ ਆ। 12 ਉਂਗਲਾਂ, 16 ਉਂਗਲਾਂ, 32, ਜਿਹੜਾ ਬੰਦਾ ਡੀਪਲੀ ਸਟ੍ਰੈਸਡ ਆ, ਡਿਪਰੈਸ਼ਨ 'ਚ ਹੈ, ਉਹਦਾ ਸਵਾਸ 32 ਉਂਗਲਾਂ ਹੋ ਜਾਂਦਾ ਹੈ। 32 ਉਂਗਲਾਂ 'ਤੇ ਜਾ ਕੇ ਬ੍ਰਹਿਮੰਡ 'ਚ ਲੀਨ ਹੁੰਦਾ ਹੈ। ਅਤੇ ਜਿਹੜਾ ਹੈਲਥੀ ਇੰਡੀਵਿਜੂਅਲ ਹੈ ਉਹਦਾ 10 ਉਂਗਲਾਂ। ਅਤੇ ਜਿਉਂ-ਜਿਉਂ ਸਾਡੀ ਸੁਰਤ ਤਾਂ ਨੂੰ ਚੜ੍ਹਦੀ ਹੈ, ਇਹਨੂੰ ਕਹਿੰਦੇ ਨੇ ਸਾਸ ਗਰਾਸ, ਉੱਪਰ ਨੂੰ ਗਰਾਸ ਲੈਣਾ। ਦੈਟਸ ਅਨਦਰ ਟੈਕਨੋਲੋਜੀ। ਇੱਕ ਸਾਸ ਆਉਂਦਾ ਤੇ ਜਾਂਦਾ, ਜਿਹੜਾ ਆ ਜਾ ਰਿਹਾ ਹੈ ਉਹਨੂੰ ਉੱਪਰ ਨੂੰ ਗਰਾਸ ਲੈਣਾ, ਕਹਿੰਦੇ ਨੇ ਸਾਸ ਗਰਾਸ। ਇਹ ਆ ਸਾਸ ਗਰਾਸ। ਹਾਊ ਟੂ ਚੈਨਲ ਦੀ ਬ੍ਰੈਥ ਵਿਚ ਇਜ਼ ਕਮਿੰਗ ਐਂਡ ਗੋਇੰਗ ਇਨ ਟੂ ਅਪਵਰਡ ਫਲੋਰ। ਉਲਟੀ ਸ਼ਕਤ ਸ਼ਿਵੈ ਕਰਿ ਆਈ। ਇਟਸ ਅ ਡਿਫਰੈਂਟ ਸਾਇੰਸ, ਵੀ ਆਰ ਨਾਟ ਗੋਇੰਗ ਟੂ ਦੈਟ, ਜਸਟ ਕਮਿੰਗ ਟੂ ਵਟ ਯੂਰ ਕੁਐਸਚਨ ਇਜ਼। ਹੁਣ ਜਾ ਕੇ 10 ਉਂਗਲਾਂ ਪਰੇ ਜਾ ਕੇ ਆਰਡੀਨਰੀਲੀ, ਮੈਂ ਹੋਰ ਥੋੜ੍ਹਾ ਜਿਹਾ ਐਡ ਕਰਦਾ, ਜਦੋਂ 4 ਉਂਗਲਾਂ ਹੋ ਜਾਣ ਤਾਂ ਰਿੱਧੀਆਂ ਸਿੱਧੀਆਂ ਫੁਰਦੀਆਂ ਨੇ। ਵਟ ਇਟ ਮੀਨਸ ਦੈਟ ਤੁਹਾਡੀ ਇੰਟਿਊਸ਼ਨ ਇੰਨੀ ਸਟਰੋਂਗ ਹੋ ਜਾਂਦੀ ਹੈ, ਤੁਸੀਂ ਆਪਣੇ ਆਪ ਦੇ ਇੰਨੇ ਨਜ਼ਦੀਕ ਹੋ ਜਾਂਦੇ ਹੋ ਕਿ ਵਟ ਐਵਰ ਯੂ ਥਿੰਕ, ਵਟ ਐਵਰ ਯੂ ਹੈਵ ਥਾਟਸ ਅਬਾਊਟ ਕੈਨ ਮੈਨੀਫੈਸਟ। ਉਹਨੂੰ ਰਿੱਧੀ ਸਿੱਧੀ ਕਹਿੰਦੇ ਆ। ਇਟ ਇਜ਼ ਦੀ ਪਾਵਰ ਆਫ ਯੋਰ ਇੰਟੈਂਸ਼ਨ। ਯੋਰ ਮਾਈਂਡ ਹੈਜ਼ ਬਿਕਮ ਸੋ ਕਲੀਅਰ ਦੈਟ ਹੁਣ ਵੀ ਆਪਾਂ ਕੁਝ ਸੋਚਦੇ ਹਾਂ 20 ਸਾਲਾਂ ਬਾਅਦ ਹੋ ਹੀ ਜਾਂਦਾ ਹੈ ਨਾ, ਅਤੇ ਤੁਹਾਡਾ ਮਾਈਂਡ ਕਲੀਅਰ ਹੋ ਗਿਆ, ਕੱਲ੍ਹ ਨੂੰ ਵੀ ਹੋ ਸਕਦਾ ਹੈ। ਇਹ ਰਿੱਧੀ ਸਿੱਧੀ ਕੋਈ ਬਿਲਕੁਲ ਇੱਕ ਲੌਜਿਕ ਗੱਲ ਮੈਂ ਕਰ ਰਿਹਾ, ਠੀਕ ਆ ਨਾ। ਅੱਛਾ, ਹੁਣ ਆ ਜਾਓ ਤੁਸੀਂ 10 ਉਂਗਲਾਂ ਪਰੇ। ਮਹਾਰਾਜ ਕਹਿੰਦੇ ਨੇ ਤ੍ਰੈ ਸੱਤ ਉਂਗਲ ਵਾਈ ਉਦੂ ਸ਼ੂਨਯ ਸੱਚ। ਇੱਥੇ ਸ਼ੂਨਯ ਹੈ, ਇੱਥੇ ਸੱਚ ਹੈ। ਇੱਥੇ ਜਾ ਕੇ ਹੁਣ ਆਉਂਦਾ ਜਾਂਦਾ ਸਵਾਸ ਮੌਤ ਹੈ, ਆਉਂਦਾ ਸਵਾਸ ਜੀਵਨ ਹੈ। ਹੁਣ ਇੱਥੇ ਜਾ ਕੇ ਜਦੋਂ ਸਵਾਸ ਰੁਕਦਾ ਹੈ ਤੇ ਸਵਾਸਾਂ ਦਾ ਗੀਅਰ ਚੇਂਜ ਹੁੰਦਾ ਹੈ। ਇੱਥੇ ਜਾ ਕੇ ਨਾ ਸਵਾਸ ਆ ਰਿਹਾ ਹੈ ਤੇ ਨਾ ਜਾ ਰਿਹਾ ਹੈ, ਨਾ ਜੀਵਨ ਹੈ, ਨਾ ਮੌਤ ਹੈ, ਨਾ ਕ੍ਰੀਏਸ਼ਨ ਹੈ, ਨਾ ਡਿਸਟਰਕਸ਼ਨ ਹੈ। ਇਹ ਹੈ ਟੁਕ ਦਮ। ਜਿੱਥੇ ਦਮ ਰੁਕਦਾ ਹੈ, ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ। ਇਹ ਸ਼ੂਨਯ ਹੈ। ਇੱਥੇ ਤੇਰੀ ਕਹਾਣੀ ਨਹੀਂ ਗੀ। ਜਦੋਂ ਸਵਾਸ ਇੱਥੇ ਪਹੁੰਚਦਾ ਹੈ, ਮਨ ਤਦ ਤੱਕ ਹਿਲਦਾ ਹੈ ਜਦ ਤੱਕ ਸਵਾਸਾਂ ਦੀ ਗਤੀ ਇੱਥੇ ਆ। ਅਨਨੋਇੰਗਲੀ, ਤਾਈਓ ਕਹਿੰਦੇ ਨੇ ਹੋਸ਼ਪੂਰਵਕ ਜੀਵਨ, ਤਾਈਓ ਗੁਰਮੁਖ ਸੰਭਲ ਪਬ ਧਰੈ। ਇਤਨੀ ਅਵੇਅਰਨੈਸ ਆ ਗਈ ਕਿ ਉਹਨੂੰ ਆਪਣੀ ਸੂਖਮਤਾ 'ਚ ਇਤਨਾ ਹੋ ਗਿਆ, ਸੂਖਮ ਤੇ ਸੂਖਮ ਕਰ ਚੀਨੋ। ਉਹ ਇਤਨਾ ਸਵਾਸਾਂ ਦੇ ਵਿੱਚ ਲੀਨ ਹੋ ਗਿਆ ਕਿ ਜਿੱਥੇ ਸਵਾਸ ਰੁਕ ਰਿਹਾ ਹੈ ਉਹ ਤਾਂ ਅਨੁਭਵ ਹੋ ਗਿਆ। ਉੱਥੇ ਐਟ ਦੈਟ ਮੋਮੈਂਟ, ਈਵਨ ਨਾਓ ਅਨਨੋਇੰਗਲੀ, ਹਰ ਇੰਡੀਵਿਜੂਅਲ ਉੱਥੇ ਜਦੋਂ ਸਵਾਸ ਜਾਂਦਾ ਹੈ, ਮਿਲੀ ਸੈਕਿੰਡਸ ਵਾਸਤੇ ਵੀ ਭਾਵੇਂ ਜਾ ਰਿਹਾ ਹੈ, ਉਸ ਪਲ ਐਵਰੀ ਇੰਡੀਵਿਜੂਅਲ ਇਜ਼ ਫਰੀਡ ਫਰੋਮ ਹਿਜ਼ ਔਰ ਹਰ ਸਟੋਰੀ। ਹਰ ਦੁੱਖ ਤੋਂ ਦੂਰ ਹੋਈਦਾ ਹੈ ਤੇ ਸਵਾਸ ਮੁਕਤ। ਮੌਲਾਨਾ ਰੂਮ ਕਹਿੰਦੇ ਨੇ, ਮੈਂ ਤੈਨੂੰ ਉੱਥੇ ਮਿਲੂੰਗਾ ਜਿੱਥੇ ਇਹ ਮਾਰਗ ਮੁੱਕਦਾ ਏ। ਮੈਂ ਤੈਨੂੰ ਉੱਥੇ ਮਿਲੂੰਗਾ ਜਿੱਥੇ ਇਹ ਮਾਰਗ ਮੁੱਕਦਾ ਹੈ। ਆਈ ਵਿਲ ਮੀਟ ਯੂ ਐਟ ਦੀ ਐਂਡ ਆਫ ਦੀ ਰੋਡ। ਦਿਸ ਇਜ਼ ਵੇਅਰ ਦੀ ਰੋਡ ਐਂਡਸ। ਐਵਰੀ ਡੇ the road ends, every day your problem ends, every day your solution ends, but ਗਵਾਚਾ ਆਪ ਫਿਰੇ ਲੱਭੇ ਰੱਬ ਨੂੰ। ਉਹ ਤੇ 10 ਉਂਗਲਾਂ ਪਰੇ ਸੀ। ਤੋ ਇਹਨੂੰ ਜਦੋਂ ਆਪਾਂ ਸਾਹਾ ਤਨਾ, ਇਹ ਜਿੱਥੇ ਜਾ ਕੇ ਨਾ ਜੀਵਨ ਹੈ ਨਾ ਮੌਤ ਹੈ, ਜੇ ਤੁਸੀਂ ਇਹਨੂੰ ਹੀ ਫੜ ਲਓ। ਅਨੰਤ ਮਾਰਗ ਹੋਰ ਵੀ ਹਨ, ਸ਼ਬਦ ਦਾ ਵੀ ਹੈ ਵਗੈਰਾ, ਸੇਵਾ ਦੇ ਵੀ, ਸਿਮਰਨ ਦੇ ਵੀ, ਕੀਰਤਨ ਦਾ ਵੀ ਆ, ਬਟ ਮੈਂ ਇਨ ਰਿਲੇਸ਼ਨ ਟੂ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ, in relation to Pavan Guru, the wisdom of your own breath. And if you can hold on to these, this is where you transcend the pain of the body. This is where you transcend the issues that are running in your mind.
ਇੱਥੇ ਜਾ ਕੇ ਤੁਸੀਂ ਮੁਕਤ ਹੋ ਜਾਂਦੇ ਹੋ। ਹਰ ਸਵਾਸ ਦੇ ਐਂਡ ਤੇ ਤੁਸੀਂ ਮੁਕਤੀ ਨੂੰ ਟੱਚ ਕਰਦੇ ਜੇ, ਬਟ ਜਾਣਿਆ ਨਹੀਂ। ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲਗਾ ਤੋ ਰੋਸ਼ਨੀ ਦੇਖੀ। ਜਦੋਂ ਮਰਨ ਲੱਗਾਂਗੇ ਨਾ, ਉਦੋਂ ਇਹ ਦਿਖਦਾ ਹੈ ਕਿ ਮੇਰਾ ਸਵਾਸ ਲਾਸਟ 24 ਮਿੰਟ ਨੇ ਜਿਹੜੇ ਮੌਤ ਦੇ, ਉਦੋਂ ਇਹ ਸਵਾਸ ਇਤਨਾ ਸਲੋ ਹੋ ਜਾਂਦਾ ਹੈ। ਸਾਧੂ ਜਨ ਇਹਨੂੰ ਜਿਉਂਦਿਆਂ ਹੀ ਸਲੋ ਕਰ ਲੈਂਦੇ ਨੇ, ਤੇ ਜਿਹੜੇ ਸੰਸਾਰੀ ਨੇ ਉਹ ਇਹਨਾਂ ਸਵਾਸਾਂ 'ਚ ਹੀ ਗਵਾਚੇ ਰਹਿੰਦੇ ਨੇ। ਸਾਧੂ ਸੋ ਜੋ ਸਾਹ ਨੂੰ ਸਾਧੇ, ਤੇ ਬਿਨ ਸਾਧਿਆਂ ਸਾਧੂ ਕਾਹਦਾ। ਲਾਇ ਆਸਨ ਕਰੇ ਕਤਲ ਨਫਸ ਦਾ, ਤੇ ਪਤਾ ਰੱਖੇ ਸਾਹ ਦਾ। ਜੋ ਦਮ ਗਾਫਲ ਸੋ ਦਮ ਕਾਫਰ, ਤੇ ਮੈਨੂੰ ਮੁਰਸ਼ਿਦ ਇਹ ਪੜਾਇਆ ਹੋ। ਤੇ ਮੇਰੇ ਮੁਰਸ਼ਿਦ ਨੇ ਇੱਕੋ ਗੱਲ ਦੱਸੀ ਵੀ ਸਵਾਸਾਂ ਨੂੰ ਫੜ ਲਾ, ਇਹ ਆਉਂਦੇ ਜਾਂਦੇ ਸਵਾਸ ਦੇ ਵਿੱਚ ਤੂੰ ਨਾਮ ਨੂੰ ਪਰੋਲਾ, ਤਾਂ ਜਿੱਥੇ ਇਹ ਸ਼ੂਨਿਆ ਹੈ ਉਸ ਦਾ ਤੂੰ ਅਨੁਭਵ ਕਰ ਲਾ। ਤਾਂ ਇਹ ਹੈ ਬ੍ਰਹਮ। ਜਦੋਂ ਆਪਾਂ ਸਵਾਸਾਂ ਨੂੰ ਸਲੋ ਕਰ ਲਾਂਗੇ, ਇਹ ਹੌਲੀ ਹੌਲੀ ਐਕਸਟੈਂਡ ਹੁੰਦਾ ਜਾਏਗਾ। ਜਦੋਂ ਇਹ ਐਕਸਟੈਂਡ ਹੁੰਦਾ ਜਾਏਗਾ, ਮੈਨੂੰ ਬੇਸ਼ੱਕ ਸਰੀਰ ਕਰਕੇ ਮੇਰੀ ਪੀੜਾ ਨਹੀਂ ਹਟੇਗੀ, ਬਟ ਮੈਨੂੰ ਉਸ ਸਮੇਂ ਫੋਰਗੈਟ ਹੋ ਜਾਏਗਾ। ਵੈਨ ਆਈ ਫੋਰਗੈਟ ਮਾਈ ਪ੍ਰੋਬਲਮਸ ਡੋਂਟ ਐਗਜ਼ਿਸਟ। ਆਈ ਰਿਪੀਟ, when I forget my problems don't exist. They only exist as long as I'm remembering them. And this is ਸਿਮਰਨ। ਉਸ ਦਾ ਸਿਮਰਨ, ਉਸ ਦੀ ਸਿਮਰਤੀ ਕਰ, ਉਸ ਨੂੰ ਆਪਣੇ ਚਿੱਤ ਵਿੱਚ ਲਿਆ ਜਿੱਥੇ ਨਾ ਦੁੱਖ ਹੈ ਤੇ ਨਾ ਸੁੱਖ ਹੈ। ਇਹ ਹੈ ਉਹ ਬ੍ਰਹਮ। ਨੇੜੇ ਵਸੇ ਪਰ ਭੇਦ ਨਾ ਦੱਸੇ। ਸਤਨਾਮ। योगी जी, नाम की चीज़ है। गुरु नानक देव जी ने जिवें बहुत जगह च कहते हैं कि नाम दे बगैर कोई नहीं तरिया, नाम बिना कहो को तरिया। फिर जिथे जिथे भी महाराज दी आपां साखी पढ़दे हैं, जिथे गए नाम दा ही उपदेश दिता है। नाम दे बिना नहीं तरना हो सकदा। नाम की चीज़ है। देयर आर मैनी वेज टू डिस्क्राइब नाम। एक तो अपना ट्रेडिशनल है कि आपां वाहिगुरू कह लो, राम कह लो, अल्लाह कह लो, ये भी नाम है। ठीक है ना। शरीर दे तल दे उत्ते ਇਹ ਨਾਮ ਹੈ। ਜਦ ਤੱਕ ਅਸੀਂ ਸਾਕਾਰ ਵਿੱਚ ਹਾਂ, ਸਾਨੂੰ ਇੱਕ ਸਾਕਾਰ ਸਰੂਪ ਚਾਹੀਦਾ ਹੈ ਨਾਮ ਦਾ। ਕੋਈ ਰਾਮ ਜਪਦਾ ਹੈ, ਕੋਈ ਅੱਲਾ ਜਪਦਾ ਹੈ, ਕੋਈ ਵਾਹਿਗੁਰੂ ਜਪਦਾ ਹੈ, ਇਹ 'ਚ ਮੁਨਕਾਰ ਨਹੀਂ ਹੈ, ਇਹ ਵੀ ਨਾਮ ਹੈ। ਪਰ ਤਦ ਤੱਕ ਜਦ ਤੱਕ ਅਸੀਂ ਦੇਹ ਹਾਂ। ਠੀਕ। ਉਸ ਤੋਂ ਬਾਅਦ ਜਦੋਂ ਅਸੀਂ ਮਨ ਦੇ ਤਲ 'ਤੇ ਆ ਜਾਈਏ, ਤੇ ਜਿਹੜਾ ਨਾਮ ਹੈ ਇੱਕ ਫਰੀਕੁਐਂਸੀ ਆ, ਇੱਕ ਧੁਨ ਹੈ, ਇੱਕ ਕੌਸਮਿਕ ਵਾਈਬ੍ਰੇਸ਼ਨ ਹੈ, ਜਿਹੜੀ ਨਾ ਅੱਲਾ ਦੇ ਵਿੱਚ ਸੀਮਤ ਹੈ, ਨਾ ਰਾਮ ਦੇ ਵਿੱਚ ਸੀਮਤ ਹੈ, ਤੇ ਨਾ ਵਾਹਿਗੁਰੂ ਵਿੱਚ ਸੀਮਤ ਹੈ। ਇਹਨੂੰ ਸਮਝਣਾ ਪਊਗਾ ਥੋੜ੍ਹਾ ਜਿਹਾ, ਔਰ ਥੋੜ੍ਹਾ ਜਿਹਾ ਹਿਰਦਾ ਖੋਲ੍ਹ ਕੇ ਇਹਨੂੰ ਸਮਝਣਾ ਪੈਣਾ। ਕਈ ਵਾਰੀ ਆਪਾਂ ਕੱਟੜਤਾ ਚਾਹ ਕੇ ਇਸ ਗੱਲ ਨੂੰ ਡਾਈਜੈਸਟ ਨਹੀਂ ਕਰਦੇ, ਪਰ ਜੇ ਕੋਈ ਨਹੀਂ ਡਾਈਜੈਸਟ ਕਰ ਸਕਦਾ ਤਾਂ ਮੈਂ ਮਾਫੀ ਮੰਗਦਾ। ਤੋ ਉਸ ਤੋਂ ਬਾਅਦ ਅੱਗੇ ਜੇ ਆਪਾਂ ਆ ਜਾਈਏ, ਕਿਉਂਕਿ ਜਿਉਂ-ਜਿਉਂ ਐਸ ਵੀ ਇਵੋਲਵ ਦ ਐਕਸਪੀਰੀਅੰਸ ਆਫ ਰਿਐਲਿਟੀ ਚੇਂਜਸ। ਜੋ ਹੁਣ ਸੱਤ ਹੈ, ਜਦੋਂ ਆਪਾਂ ਛੋਟੇ ਹੁੰਦੇ ਹਾਂ ਤਾਂ ਸਾਨੂੰ ਛੋਟੀਆਂ ਕਾਰਾਂ ਵਿੱਚ ਸਾਨੂੰ ਆਨੰਦਿਤ ਸੀ। ਛੋਟੇ ਜਿਹੇ ਘਰ ਬਣਾ ਲੈਣੇ, ਖੇਡ ਲੈਣਾ, ਸਾਡੇ ਵਾਸਤੇ ਉਹੀ ਸ੍ਰਿਸ਼ਟੀ ਆ। ਹੁਣ ਸਾਡੇ ਵਾਸਤੇ ਕੋਈ ਮਤਲਬ ਨਹੀਂ ਰੱਖਦਾ, ਕਿਉਂਕਿ ਕੌਨਸ਼ੀਅਸਨੈਸ ਇਵੋਲਵ ਹੋ ਗਈ ਅਤੇ ਸਾਡੀ ਰਿਐਲਿਟੀ ਦ ਪਰਸੈਪਸ਼ਨ ਚੇਂਜਸ। ਸੋ ਲਾਈਕ ਦੈਟ ਐਸ ਕੌਨਸ਼ੀਅਸਨੈਸ ਇਵੋਲਵਸ, ਆਵਰ ਰਿਐਲਿਟੀ ਚੇਂਜਸ, ਦ ਐਕਸਪੀਰੀਅੰਸ ਆਫ ਰਿਐਲਿਟੀ ਚੇਂਜਸ। ਸੋ ਅਲਟੀਮੇਟਲੀ ਜੋ ਨਾਮ ਕੀ ਹੈ, ਨਾਮ ਦਾ ਮਤਲਬ ਹੈ ਹੋਂਦ, ਹੋਣਾ, ਇੱਕ ਪ੍ਰੈਜ਼ੈਂਸ। ਹੁਣ ਆਪਾਂ ਸ਼ੁਰੂ ਇੱਥੋਂ ਹੀ ਕੀਤਾ ਸੀ ਕਿ ਸਤ ਵਾਹਿਗੁਰੂ, ਗੋਡ ਬਲੈਸ ਯੂ। ਸਤ ਨਾਮ। ਸਤ ਮੈਨੇ ਅਨਚੇਂਜਿੰਗ, ਨਾਮ ਮੈਨੇ ਪ੍ਰੈਜ਼ੈਂਸ, ਅਨਚੇਂਜਿੰਗ ਪ੍ਰੈਜ਼ੈਂਸ। ਆ ਜੀ ਤੇਰੀ ਹੋਂਦ ਹੈ ਨਾ, ਇਹ ਨਾਮ ਹੈ। ਇਸ ਨਾਮ ਦੇ ਵਿੱਚ, ਇਹ ਤੇਰੀ ਹੋਂਦ ਦੇ ਵਿੱਚ, ਇਹਨੂੰ ਸਮਝਣਾ ਥੋੜ੍ਹਾ ਜਿਹਾ। ਆ ਜਿਹੜੀ ਤੇਰਾ ਹੋਣਾ ਹੈ, ਬੀਇੰਗ ਐਂਡ ਨੋਇੰਗ, ਸਤ ਚਿੱਤ, ਸਤ ਨਾਮ, ਅਨਚੇਂਜਿੰਗ ਪ੍ਰੈਜ਼ੈਂਸ, ਅਨਚੇਂਜਿੰਗ ਰਿਐਲਿਟੀ ਤੇਰੇ ਅੰਦਰ ਜਿਹੜੀ ਹੈ, ਜੋ ਤਿੰਨਾਂ ਕਾਲਾਂ ਵਿੱਚ, ਜਾਗਰਤ, ਸੁਪਨ ਅਤੇ ਸੁਸ਼ੁਪਤੀ ਵਿੱਚ ਵੈਸੇ ਦੀ ਵੈਸੇ ਹੀ ਹੈ। ਜਾਗਰਤ, ਸੁਪਨ ਅਤੇ ਸੁਸ਼ੁਪਤੀ, ਜਿਹਨੂੰ ਪੰਜਾਬੀ 'ਚ ਸੁਖਪਤੀ ਵੀ ਕਹਿ ਦਿੰਦੇ, ਸੰਸਕ੍ਰਿਤ ਸੁਸ਼ੁਪਤੀ ਕਹਿੰਦੇ ਨੇ। ਇਹਨਾਂ ਤਿੰਨਾਂ ਦੇ ਦਰਮਿਆਨ ਤੇਰੇ ਵਿੱਚ ਇੱਕ ਹੋਣਾ ਜੋ ਹੈ, ਤੇਰੀ ਜਿਹੜੀ ਹੋਂਦ ਹੈ, ਤੇਰੀ ਜਿਹੜੀ ਬੀਇੰਗ ਆ, ਤੇਰਾ ਜਿਹੜਾ ਪ੍ਰੈਜ਼ੈਂਸ ਆ, ਉਹ ਤੇਰੇ ਤੋਂ ਜੁਦਾ ਨਹੀਂ ਹੁੰਦਾ। ਬਾਕੀ ਸਾਰੇ ਕੁਝ ਆ ਰਹੇ ਤੇ ਜਾ ਰਹੇ ਨੇ, ਉਹੀ ਗੱਲਾਂ ਜਿਹੜੀਆਂ ਆਪਾਂ ਅੱਗੇ ਕੀਤੀਆਂ ਸੀ। ਹੁਣ ਇਸ ਨਾਮ ਦੇ ਵਿੱਚ, ਇਸ ਪ੍ਰੈਜ਼ੈਂਸ ਦੇ ਵਿੱਚ ਤੈਨੂੰ ਆਪਣੇ ਸਰੀਰ ਦਾ ਅਨੁਭਵ ਹੋ ਰਿਹਾ ਹੈ। ਮੁਨਕਾਰ ਨਹੀਂ ਹੋ ਸਕਦੇ ਤੁਸੀਂ, ਕਿਉਂਕਿ ਹੋਂਦ ਹੈ ਤਾਂ ਮੈਨੂੰ ਸਰੀਰ ਦਾ ਅਨੁਭਵ ਹੈ। ਠੀਕ। ਹੁਣ ਇਸੇ ਨਾਮ ਦੇ ਵਿੱਚ, ਇਸ ਹੋਂਦ ਦੇ ਵਿੱਚ, ਇਸ ਅਨਚੇਂਜਿੰਗ ਪ੍ਰੈਜ਼ੈਂਸ, ਇਸ ਸਤਨਾਮ ਦੇ ਵਿੱਚ ਤੈਨੂੰ ਤੇਰੇ ਵਿਚਾਰਾਂ ਦਾ ਅਨੁਭਵ ਹੋ ਰਿਹਾ। ਆ ਗਈ।
ਹੁਣ ਇਸੇ ਹੀ ਹੋਂਦ ਵਿੱਚ, ਇਸ ਅਨਚੇਂਜਿੰਗ ਪ੍ਰੈਜ਼ੈਂਸ ਵਿੱਚ, ਇਸ ਸਤਨਾਮ ਵਿੱਚ ਤੈਨੂੰ ਸੰਸਾਰ ਦਾ ਅਨੁਭਵ ਹੋ ਰਿਹਾ। ਜੇ ਇਸ ਵੇਲੇ ਆ ਨਾ ਹੋਵੇ, ਸੰਸਾਰ ਨਹੀਂ ਗਾ। ਆਈ ਰਿਪੀਟ, ਜੇ ਡਰੀਮਰ ਨਹੀਂ ਗਾ ਤੇ ਡਰੀਮ ਨਹੀਂ ਗੀ, ਤਾਂ ਤੇਰੀ ਹੋਣ ਦਾ ਪਹਿਲਾਂ ਹੋਣਾ ਜ਼ਰੂਰੀ ਹੈ, ਫਿਰ ਸੰਸਾਰ ਹੋਏਗਾ ਫਰੋਮ ਯੋਰ ਪਰਸਪੈਕਟਿਵ। ਸਮਝ ਆ ਗਈ? ਹੁਣ ਇਸ ਨਾਮ ਦੇ ਵਿੱਚ ਯੂ ਐਕਸਪੀਰੀਐਂਸਿੰਗ, ਇਸ ਹੋਂਦ ਦੇ ਵਿੱਚ ਯੂ ਐਕਸਪੀਰੀਐਂਸਿੰਗ ਦ ਸੈਂਸੇਸ਼ਨਸ ਆਫ ਦ ਬਾਡੀ। within this ਨਾਮ you experiencing the perception of your senses। ਸਮਝ ਆ ਗਈ? ਇਸੇ ਨਾਮ ਦੇ ਵਿੱਚ you experiencing the world, ਇਸ ਪ੍ਰੈਜ਼ੈਂਸ ਦੇ ਵਿੱਚ, ਇਸ ਹੋਂਦ ਦੇ ਵਿੱਚ। ਹੁਣ ਇਸੇ ਹੋਂਦ ਨੂੰ ਕਹਿੰਦੇ ਨੇ ਨਾਮ ਕੇ ਤਾਰੇ ਸਗਲੇ ਜੰਤ। ਇਹਦੇ ਵਿੱਚ ਹੀ ਸਾਰਾ ਕੁਝ ਐਕਸਪੀਰੀਅੰਸ ਹੋ ਰਿਹਾ। ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਇਸ ਪ੍ਰੈਜ਼ੈਂਸ ਕਰਕੇ ਖੰਡ ਔਰ ਬ੍ਰਹਿਮੰਡ ਹੈ। ਜੇ ਇਹ ਨਹੀਂ ਹੋਏਗੀ ਤਾਂ ਇਹਦਾ ਅਨੁਭਵ ਨਹੀਂਗਾ। ਸਮਝ ਆ ਗਈ? ਇਹ ਹੈ ਨਾਮ। ਔਰ ਇਹ ਉਹ ਚੀਜ਼ ਹੈ ਜੋ ਤੇਰੇ ਤੋਂ ਜੁਦਾ ਨਹੀਂ ਕੀਤੀ ਜਾ ਸਕਦੀ। ਬਾਕੀ ਸਾਰਾ ਕੁਝ ਤੇਰੇ ਕੋਲ ਚੁਰਾਇਆ ਜਾ ਸਕਦਾ ਹੈ। ਜਲ ਨਹੀਂ ਡੁੱਬੈ, ਤਸਕਰ ਨਹੀਂ ਲੈਵੈ, ਪਾਹੇ ਨਾ ਸਾਕੇ ਜਾਲੇ। ਇਹ ਉਹ ਆ, ਇਹ ਕੋਈ ਪਾਉਣ ਦੀ ਜ਼ਰੂਰਤ ਨਹੀਂ, ਇਹ ਰੀਅਲਾਈਜੇਸ਼ਨ ਦੀ ਜ਼ਰੂਰਤ ਆ। ਤਾਂ ਹੀ ਉਹ ਇਹਨੂੰ ਕਹਿੰਦੇ ਨੇ ਆਤਮਾ ਦਾ ਅਨੁਭਵ ਕਰਨਾ ਹੈ। ਇਹ ਪਾਉਣ ਦੀ ਚੀਜ਼ ਨਹੀਂ ਗੀ, ਇਹ ਲੱਭਣ ਦੀ ਵੀ ਚੀਜ਼ ਨਹੀਂ ਗੀ, ਇਹ ਬਸ ਅਨੁਭਵ ਦੀ ਚੀਜ਼ ਆ। ਇਹਨੂੰ ਕਹਿੰਦੇ ਨੇ ਸਿਮਰਨ। ਇਹਦੇ ਪ੍ਰਤੀ ਆਪਣੀ ਸਿਮਰਤੀ ਨੂੰ ਲਿਆ। ਜੋ ਤੂੰ ਹੈ ਉਹਨੂੰ ਜਾਣ, ਤੇ ਜਦ ਤੱਕ ਤੂੰ ਇਹਨੂੰ ਨਹੀਂ ਜਾਣਦਾ ਤੂੰ ਕੁਝ ਨਹੀਂ ਜਾਣ ਸਕਦਾ। ਇਹ ਆ ਉਹ ਨਾਮ, ਇਹ ਆ ਉਹ ਵਾਹ ਹੇ ਗੁਰੂ। ਵਾਹ ਮੈਨੇ ਐਕਸਟਸੀ, ਵਾਹ ਮੈਨੇ ਵਾਓ, ਹੇ ਮੈਨੇ ਨਾਓ। ਗੁਰੂ means wisdom, ਵਾਹਿਗੁਰੂ means the wisdom of wow in the now, the wisdom of wow in the now, not in the future, in the now। this ਨਾਮ ਜਿਹੜਾ ਹੁਣ ਆਪਾਂ ਗੱਲ ਕੀਤੀ, ਇਹ ਕਿਤੇ ਗਿਆ ਹੈ? ਇਹ ਕਿਤੇ ਨਹੀਂ ਜਾ ਸਕਦਾ। ਤੂੰ ਇਸ ਪ੍ਰੈਜ਼ੈਂਸ ਦੇ ਵਿੱਚ ਹੁਣ ਇੱਥੇ ਬੈਠਾ, ਜੇ ਮੈਂ ਇੱਥੇ ਚਲ ਗਿਆ, ਤੂੰ ਮੈਂ ਇੱਥੇ ਬਹਿ ਗਏ, ਤੇ ਫਿਰ ਵੀ ਆ ਹੈ, ਜਗ੍ਹਾ ਬਦਲ ਗਈ, ਪਰ ਤੂੰ ਉਹੀ ਦੀ ਉਹੀ ਹੈ। ਇਹ ਇੱਥੇ ਵੀ ਹੈ, ਉੱਥੇ ਵੀ ਹੈ। ਇਹਨੂੰ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਉਹ ਹੈ ਜਿਹਨੂੰ ਸੋਚੇ ਸੋਚਣਾ, ਸੋਚਣ ਦੇ ਨਾਲ ਹੀ ਤੈਨੂੰ ਮਿਲੂਗਾ ਨਹੀਂ। ਸੋਚੇ ਸੋਚਣਾ ਹੋ ਬਈ, ਚੁੱਪੇ ਚੁੱਪ ਨਾ, ਠੀਕ, ਭੁੱਖਿਆਂ ਭੁੱਖ ਨਾ ਉਤਰੀ। ਇਹ ਸਾਰੇ ਜਿਹੜੇ ਵੱਖ-ਵੱਖ ਐਕਟੀਵਿਟੀਜ਼ ਪਹਿਲੀ ਪੌੜੀ 'ਚ ਮਹਾਰਾਜ ਕਹਿੰਦੇ ਨੇ, the activities of the mind cannot help you transcend the mind। ਇਹ ਪਹਿਲੀ 'ਚ ਪੌੜੀ 'ਚ ਦੱਸਿਆ ਹੈ। ਫਿਰ ਮਹਾਰਾਜ ਕਹਿੰਦੇ ਨੇ ਅਗਲੇ 'ਚ ਹੁਕਮੀ accepting the moment as it is in the here and now। this moment as it is perfect, because in this moment hukmi hovan akar, in this moment as it is everything is happening, everything is taking birth। te hukum na, this cannot be explained through the confinement of your thoughts and through your mind। तो ਇਹ ਜਪਜੀ ਸਾਹਿਬ ਵਿੱਚ ਜਿਹੜਾ ਹੈ ਉਹ ਮੇਰਾ ਔਰ ਬ੍ਰਹਮ ਦਾ, ਜੀਵ ਔਰ ਬ੍ਰਹਮ ਦਾ ਅਭੇਦ ਜੋ ਸਰੂਪ ਹੈ ਉਹਦਾ ਕਥਨ ਹੈ। ਇਹ ਬ੍ਰਹਮ ਗਿਆਨ ਹੈ ਜਪਜੀ 'ਚ। ਇਹ ਤੇਰੀ ਕਹਾਣੀ ਹੈ, ਮੇਰੀ ਕਹਾਣੀ ਹੈ। ਜਦੋਂ ਮੈਂ ਨਹੀਂ ਰਹਿੰਦਾ ਤੇ ਤੂੰ ਨਹੀਂ ਰਹਿੰਦਾ, ਨਾ ਤਾਂ ਤੂੰ ਰਹਾ ਨਾ ਤਾਂ ਮੈਂ ਰਹਾ, ਜੋ ਰਹੀ ਬੇਖਬਰੀ ਰਹੀ। ਇੱਕ ਰੂਹਾਨੀਅਤ, ਇੱਕ ਵਿਸਮਾਦ ਜੋ ਹੈ ਬੰਦਾ ਉਹਦੇ 'ਚ ਜਦੋਂ ਪਹੁੰਚਦਾ ਹੈ, ਉਸ ਵੇਲੇ ਜਪਜੀ ਦਾ ਅਨੁਭਵ ਹੁੰਦਾ ਕਿ ਜਪਜੀ ਇਹ ਮੇਰੀ ਆਤਮ ਕਥਾ ਹੈ, ਇਹ ਬ੍ਰਹਮ ਦੀ ਕਥਾ ਹੈ। ਸੋ ਦੈਟ ਇਜ਼ ਦੀ ਆਨਸਰ ਟੂ ਯੋਰ ਕੁਐਸਚਨ। ਯੋਗੀ ਜੀ, ਨਾਮ ਐਂਡ ਬ੍ਰਹਮ ਆਰ ਸੇਮ? ਨਾਮ, ਬ੍ਰਹਮ, ਆਤਮਾ, ਇਹ ਸਭ ਇੱਕ ਹੀ ਹਨ। ਇਹ ਵੱਖ-ਵੱਖ ਪਰਸਪੈਕਟਿਵਸ ਨੇ। ਜਦੋਂ ਮੈਂ ਤੈਨੂੰ ਇੱਧਰੋਂ ਦੇਖ ਰਿਹਾ ਹਾਂ, ਤੂੰ ਕੁਝ ਹੋਰ ਹੈ, ਉੱਧਰੋਂ ਦੇਖ ਰਿਹਾ ਕੁਝ ਹੋਰ ਹੈ। ਤਾਂ ਅਲਟੀਮੇਟ ਇੱਥੋਂ ਮੈਂ ਇਹ ਵੀ ਕਹਿ ਦਾਂ ਕਿ ਸੰਸਾਰ, ਮਾਇਆ, ਆਤਮਾ, ਜਗਤ, ਬ੍ਰਹਮ ਇੱਕ ਹੈ। ਮਾਇਆ ਵੀ ਬ੍ਰਹਮ ਹੀ ਹੈ, ਕਿਉਂਕਿ ਇੱਕ ਸਬਿਨ ਨਹੀਂ, ਦੂਜਾ ਕੋਈ ਹੈ ਨਹੀਂ। ਕਿਉਂਕਿ ਜਿਹੜਾ ਇਹ ਗੁਰਮਤਿ ਮਾਰਗ ਹੈ ਨਾ, ਇਹ ਅਦਵੈਤ ਮਾਰਗ ਹੈ। ਬਾਕੀ ਮਾਰਗ ਜੋ ਹਨ ਬਿਊਟੀਫੁਲ ਹਨ, ਪਰ ਦਵੈਤ ਹੈ। ਕਿਉਂਕਿ ਇੱਕ ਰੱਬ ਹੈ ਔਰ ਇੱਕ ਸੰਸਾਰ ਹੈ, ਜੁਦਾ ਨੇ। ਨਰਕ ਹੈ ਤੇ ਸਵਰਗ ਹੈ। ਜੋ ਆਤਮਾ, ਜੋ ਬ੍ਰਹਮ, ਜੋ ਗੁਰਮਤਿ ਗਾਡੀ ਰਾਹ ਹੈ, ਇਹ ਇੱਕ ਹੀ ਹੈ, ਇੱਕ ਸਬਿਨ ਨਹੀਂ, ਦੂਜਾ ਕੋਈ। ਜਿੰਨਾ ਬ੍ਰਹਮ ਤੇਰੇ 'ਚ ਹੈ ਓਨਾ ਬ੍ਰਹਮ ਇਹਦੇ 'ਚ ਹੈ, ਓਨਾ ਬ੍ਰਹਮ ਮੇਰੇ 'ਚ ਹੈ, ਓਨਾ ਬ੍ਰਹਮ ਹਾਥੀ 'ਚ ਹੈ, ਓਨਾ ਹੀ ਬ੍ਰਹਮ ਸਭ ਗੋਬਿੰਦ ਹੈ। ਸਭ ਗੋਬਿੰਦ ਹੈ, ਗੋਬਿੰਦ। ਦ ਬਿਊਟੀ ਆਫ ਸਿੱਖੀ ਇਜ਼, do you know that the path of Guru Nanak is the first path on the planet which talked about the unity of being। ਬਾਕੀ ਸਭ ਮਾਰਗ ਜਿਹੜੇ ਹਨ
ਉਹ ਦੋ ਹਨ। ਇੱਕ ਗੁਰੂ ਨਾਨਕ ਜਦੋਂ ਮਾਰਾਂਗੇ ਨਾ, ਇੱਕ ਮੀਨਸ ਦ ਯੂਨਿਟੀ ਆਫ ਬੀਇੰਗ, ਕਿ ਇੱਕ ਦਾ ਹੀ ਫੈਲਾਓ ਆ। ਜਿਵੇਂ ਸੁਪਨੇ ਦੇ ਵਿੱਚ ਇੱਕ ਕੌਨਸ਼ੀਅਸਨੈਸ ਟੇਕਸ ਮਲਟੀਪਲ ਫਾਰਮਸ, ਪਰ ਸੁਪਨੇ ਦੇ ਦਰਮਿਆਨ ਪਹਾੜ ਮੇਰੇ ਤੋਂ ਵੱਖੇ, ਦਰਖਤ ਮੇਰੇ ਤੋਂ ਵੱਖੇ, ਮੇਰਾ ਦੁਸ਼ਮਣ ਵੀ ਵੱਖੇ, ਮੇਰਾ ਦੋਸਤ ਵੀ ਵੱਖੇ, ਪਰ ਜਦੋਂ ਖੇਲ ਸੰਕੋਚਾ ਤਾਂ ਉਹ ਨਾਨਕ ਇੱਕ ਹੈ। ਜਦੋਂ ਮੈਂ ਉੱਠਿਆ, it was my consciousness which took the form of the friend, my consciousness took the form of the enemy, my consciousness took the form of the tree। तो एक सबिन नहीं, दूजा कोई, जो एक ही है तो फिर निरभाव है तो निरवैर है। किहदे तो भै ते किहदे नाल वैर, ये है अद्वैत मार्ग। एक ही है, तू भी वही है तो मैं भी वही हाँ, तो होर कोई है ही नहीं। आखण वेखण सब साहिब ते होए। क्योंकि जी ऑल्सो सेड दैट नाम पाया नहीं जा सकता, लेकिन कई बार गुरबाणी के नाम दान या सतगुर मुको दीनो दान, गुरु ने बख्शिश करके मैनू इस सत्ता जिहड़ी मेरे अंदर जिहड़ी चुराई नहीं जा सकती, मैनू उहदा डायरैक्ट एक्सपीरियंस दे दिता। मैं अपने आप नू पा लिया, द नोइंग एंड बीइंग इन मी, मैं अपनी होंद नू पा लिया। सतनाम मैं अपनी अनचेंजिंग प्रेजेंस जो हुणे भी है, और ਜਦੋਂ मैं गल की है तैनू उस सैकेंड ही अनुभव होया है। अनचेंजिंग प्रेजेंस, अनचेंजिंग सतनाम, ये आ सतनाम। और गुरु ने किरपा की, मैनू ਇਹਦੇ ਵਿੱਚ बैठण ਦਾ ना ही आसन आ, ਇਹਨੂੰ ਕਹਿੰਦੇ ਨੇ आसन अभंग। ਇਹ ਉਹ ਆਸਨ ਹੈ ਜਦੋਂ ਇੱਕ ਵਾਰੀ ਬੈਠ ਗਏ, ਇਹ ਕਦੀ ਤੇਰੇ ਤੋਂ ਚੁਰਾਇਆ ਨਹੀਂ ਜਾ ਸਕਦਾ। ਬਾਕੀ 84 ਆਸਨ ਜਿਹੜੇ ਹਨ, ਤੁਸੀਂ ਆਓਗੇ ਤੇ ਜਾਓਗੇ, ਬਟ ਜਿਹਨੇ ਆਹ ਆਸਨ ਪਾ ਲਿਆ ਉਹਨੇ ਸਾਰੇ ਆਸਨ ਪਾ ਲਏ। ਜਿਹੜਾ ਇਹਦੇ 'ਚ ਬਹਿ ਗਿਆ ਉਹ ਸਾਰਿਆਂ 'ਚ ਬਹਿ ਗਿਆ। ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਤੋ ਇਹ ਜਿਹੜਾ ਹੈ, ਇਹ ਨਾਮ ਜਿਹੜੀ ਮੇਰੀ ਹੋਂਦ ਏ, ਜਿਹੜੀ ਮੇਰੀ ਅਨਚੇਂਜਿੰਗ ਪ੍ਰੈਜ਼ੈਂਸ ਆ, ਇਹਦੇ ਵਿੱਚ ਹੀ ਸ੍ਰਿਸ਼ਟੀ ਹੈ, ਇਹਦੇ ਵਿੱਚ ਵੀ ਮਨ ਹੈ, ਇਹਦੇ 'ਚ ਤਨ ਹੈ, ਇਹਦੇ 'ਚ ਮੇਰਾ ਸੁਪਨਾ ਹੈ, ਇਹ 'ਚ ਜਾਗਰਤ ਹੈ, ਸੁਪਨਾ ਹੈ, ਸੁਸ਼ੁਪਤੀ ਹੈ। ਇਹਦੇ ਤੋਂ ਬਿਨਾਂ ਕੁਝ ਵੀ ਨਹੀਂ ਹੈ। ਜੇ ਇਹ ਨਹੀਂ ਹੈ, ਨਾ ਜਾਗਰਤ ਹੈ, ਨਾ ਸੰਸਾਰ ਹੈ, ਨਾ ਸੁਪਨ ਹੈ ਤੇ ਨਾ ਸੁਸ਼ੁਪਤੀ ਹੈ। ਇਹਦੇ ਤੋਂ ਬਿਨਾਂ ਸ੍ਰਿਸ਼ਟੀ ਨਹੀਂ ਹੈ। ਇਹ ਉਹ ਰੱਬ ਆ ਜਿਹਨੂੰ ਅਸੀਂ ਲੱਭਦੇ ਫਿਰਦੇ ਹਾਂ। ਯੋਗੀ ਜੀ, ਤੇ ਇਹਦੀ ਅਵੇਅਰਨੈਸ ਸਾਨੂੰ ਕਿਵੇਂ ਰਹੇਗੀ? ਅਵੇਅਰਨੈਸ ਹੁਣ ਵੀ ਹੈ ਨਹੀਂ, ਜਿਵੇਂ ਹੁਣੇ ਤਾਂ ਹੈ, ਅਸੀਂ ਇਹ ਤੋਂ ਬਾਹਰ ਚਲੇ ਜਾਂਦੇ ਹਾਂ। ਇਹਨੂੰ ਕਹਿੰਦੇ ਨੇ ਸਾਧਨਾ। ਵਾਰ-ਵਾਰ ਤੁਸੀਂ ਇਹਦਾ ਚਿੰਤਨ ਕਰਨਾ। ਇਹਨੂੰ ਕਹਿੰਦੇ ਨੇ ਸਿਮਰਨ, ਕਿ ਜੋ ਮੈਂ ਆਪਣਾ, ਜੋ ਮੈਂ ਸੀ ਮੈਨੂੰ ਭੁੱਲ ਗਿਆ ਤੇ ਮੈਂ ਉਹਨੂੰ ਵਾਰ-ਵਾਰ ਚਿੰਤਨ ਕਰਨੀ ਹੈ। ਮੈਂ ਵਾਰ-ਵਾਰ ਇਸ ਨੋਇੰਗ ਤੇ ਬੀਇੰਗ, ਸਤ ਔਰ ਨਾਮ, ਉਹ ਜੋ ਮੇਰੇ ਤੋਂ ਚੁਰਾਇਆ ਨਹੀਂ ਜਾ ਸਕਦਾ, ਮੈਂ ਉਹਦਾ ਚਿੰਤਨ ਕਰਨਾ ਹੈ। ਇਹਨੂੰ ਵਾਹਿਗੁਰੂ ਕਹਿ ਕੇ ਕਰ ਲਓ, ਇਹਨੂੰ ਅੱਲਾ ਕਹਿ ਕੇ ਕਰ ਲਓ, ਇਹਨੂੰ ਰਾਮ ਕਹਿ ਕੇ ਕਰ ਲਓ। ਇਹ ਸਭ ਅਲਟੀਮੇਟਲੀ ਇਹਦੇ ਵਿੱਚ ਹੀ ਲੀਨ ਹੁੰਦੇ ਨੇ। ਇਹਦੇ ਤੋਂ ਹੀ ਸਾਰਾ ਕੁਝ ਉਪਜਦਾ ਹੈ ਔਰ ਇਸ ਹੋਂਦ ਦੇ ਵਿੱਚ ਹੀ ਸਾਰਾ ਕੁਝ ਖਤਮ ਹੁੰਦਾ ਹੈ। ਤੂੰ ਵੀ ਇਹਦੇ ਵਿੱਚ ਇੱਕ ਹੋਣਾ ਹੈ, ਤੇਰੀ ਹੋਂਦ ਵੀ ਇਹਦੇ ਵਿੱਚ ਹੀ ਪ੍ਰਗਟ ਹੋਈ ਆ ਔਰ ਇਹਦੇ ਵਿੱਚ ਹੀ ਇਹ ਖਤਮ ਹੋ ਜਾਣੀ ਆ। ਯੋਗੀ ਜੀ, ਨਾਮ ਤੇ ਸ਼ਬਦ ਵਿੱਚ ਵੀ ਕੋਈ ਅੰਦਰ ਹੁੰਦਾ? ਸ਼ਬਦ ਦਾ ਮਤਲਬ ਹੁੰਦਾ ਸ਼ਾਬਦ, ਸ਼ਾਬਦ। ਸ਼ਾ ਮੈਨੇ आर्टिफिशियल ईगो, शाह ईगो, आर्टिफिशियल ईगो, कि तू फलाना है, आदरी फलानी आइडेंटिटी है, तू चंगा है, तू माड़ा है। ऑल दी आइडेंटिटीज़ दैट इज़ गिवन बाय द एक्सटर्नल वर्ल्ड, गिवन बाय योर माइंड, गिवन बाय इन्वायरमेंट, गिवन बाय योर इमोशन, ऑल दी आइडेंटिटीज़ यू आइडेंटिफाई योरसैल्फ एज मी, ਉਹ ਸਾਰੀਆਂ ਨੂੰ ਕਹਿੰਦੇ ਨੇ ਈਗੋ। ਉਹਨੂੰ ਕਹਿੰਦੇ ਨੇ ਸ਼ਾਹ ਆਰਟੀਫਿਸ਼ਲ ਆਈ, ਜੋ ਤੂੰ ਨਹੀਂ ਸੀ ਬਟ ਤੇਰੇ ਤੇ ਲੇਪਿਆ ਗਿਆ। ਸਮਝ ਆ ਗਈ? ਉਹਨੂੰ ਕਹਿੰਦੇ ਨੇ ਈਗੋ। ਉਹ ਸ਼ਾਬਦ, ਖਾਤਮਾ। ਜਦੋਂ ਉਹ ਤੇਰੀ ਯੂ ਵਿਦਆਊਟ ਯੋਰ ਸਟੋਰੀ, ਪ੍ਰੈਜ਼ੈਂਸ, ਸਤ ਨਾਮ, ਇਹੀ ਸ਼ਬਦ ਹੈ, ਇਹੀ ਨਾਮ ਹੈ, ਇਹੀ ਇੱਕ ਓਂਕਾਰ ਹੈ, ਇਹੀ ਸਾਰਾ ਕੁਝ ਹੈ। ਔਰ ਇਹ ਇੰਨਾ ਨਜ਼ਦੀਕ ਹੈ ਔਰ ਪਰੇ ਦੂਰ ਵੀ ਹੈ। ਸੋ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਬਿਨ ਗੁਰ ਸ਼ਬਦ ਨਾ ਛੂਟੀ ਹੈ, ਸ਼ਬਦ ਉਹੀ ਹੈ, ਨਾਮ ਹੀ। ਇਹ ਹੋਂਦਾ, ਇਹ ਜਦੋਂ ਤੈਨੂੰ ਇਹ ਪਤਾ ਲੱਗ ਗਿਆ ਨਾ ਕਿ ਤੇਰਾ ਸਾਰਾ ਹੋਣਾ ਇਹਦੇ ਕਰਕੇ ਆ, ਸ੍ਰਿਸ਼ਟੀ ਦਾ ਹੋਣਾ ਵੀ ਇਹਦੇ ਕਰਕੇ ਆ। ਇਹ ਤੂੰ ਨਹੀਂ ਗਾ, ਇਹ ਉਹ ਰੱਬ ਆ। ਮੈਂ ਨਾ ਥਾ, ਉਹ ਆਪ ਥੇ, ਮਾਲੂਮ ਨਾ ਥਾ। ਮੇਰਾ ਹੋਣਾ ਉਹਦਾ ਹੋਣਾ ਹੈ। ਮੈਂ ਤੇ ਕਦੀ, ਜ਼ਰਾ ਦੇਖ ਮੈਨੂੰ, ਜ਼ਰਾ ਦੇਖ ਮੈਨੂੰ, ਮੈਂ ਤਾਂ ਹਾਂ ਸ਼ੀਸ਼ਾ, ਉਹਦੀ ਦੀਦ ਦੇ ਕਾਰਨ ਆਬਾਦ ਹੋਇਆ। ਜ਼ਰਾ ਦੇਖ ਮੈਨੂੰ, ਮੈਂ ਤਾਂ ਹਾਂ ਸ਼ੀਸ਼ਾ, ਉਹਦੀ ਦੀਦ ਦੇ ਕਾਰਨ ਆਬਾਦ ਹੋਇਆ। ਜਦੋਂ ਉਹਨੇ ਮੇਰੇ ਵਿੱਚ ਵੇਖਿਆ ਤਾਂ ਮੈਂ ਆਬਾਦ ਹੋਇਆ, ਤੇ ਜੇ ਉਹ ਨਾ ਵੇਖੇ ਤੇ ਮੈਂ ਕੁਝ ਨਹੀਂ ਗਾ। ਜ਼ਰਾ ਦੇਖ ਮੈਨੂੰ, ਮੈਂ ਤਾਂ ਹਾਂ ਸ਼ੀਸ਼ਾ, ਉਹਦੀ ਦੀਦ ਦੇ ਕਾਰਨ ਆਬਾਦ ਹੋਇਆ। ਤੋ ਮੇਰੀ ਜਿਹੜੀ ਨਿੱਜ ਹੋਂਦ ਹੈ ਉਹ ਬ੍ਰਹਮ ਦੀ ਹੋਂਦ ਹੈ।
मैं कभी सी नहीं, अब मुझको ही देख ले, तेरे चाहने वाले अपने महबूब का आईना हूँ मैं। अब मुझको ही देख लें, तेरे चाहने वाले अपने महबूब का आईना हूँ मैं एक आईना है ਜਿਹੜਾ ਵਿੱਚ ਲਿਸ਼ਕਾਰ ਮਾਰ ਰਿਹਾ ਹੈ, ਜਿਹੜਾ ਵਿੱਚ ਰਿਫਲੈਕਸ਼ਨ ਹੋ ਰਹੀ ਹੈ, ਉਹ ਬ੍ਰਹਮ ਹੈ ਤੇ ਉਹ ਮੇਰਾ ਨਿਜ ਆਪਾ। ਇਹਨੂੰ ਕਹਿੰਦੇ ਨੇ ਆਪੇ ਆਪ ਨਿਰੰਜਨ ਸੋਏ। ਹਾਂ, ਇਹਨੂੰ ਕਹਿੰਦੇ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਇਹ ਥਾਪਿਆ ਨਹੀਂ ਜਾ ਸਕਦਾ। ਇਹ ਜਿਹੜੀ ਤੇਰੀ ਹੋਂਦ ਆ, ਇਹ ਹਮੇਸ਼ਾ ਹੈ, ਇਹ ਬਣਾਈ ਨਹੀਂ ਜਾ ਸਕਦੀ। ਇਸ ਕੀਤਾ ਇਹਨੂੰ ਵਿਚਾਰਾਂ 'ਚ ਵੀ ਨਹੀਂ ਲਿਆਇਆ ਜਾ ਸਕਦਾ। ਥਾਪਿਆ ਨਾ ਜਾਏ, this is the only thing in you which cannot be created, which cannot be established. Everything else can be created and established, but this cannot be created and cannot be established. ਥਾਪਿਆ ਨਾ ਜਾਏ, ਕੀਤਾ ਨਾ ਹੋਏ। ਆਪੇ 'ਚ ਜਿਹੜਾ ਆਪਾ ਹੈ, ਆਪੇ ਆਪ ਨਿਰੰਜਨ, ਮਾਇਆ ਤੋਂ ਰਹਿਤ, ਤੇਰੀ ਸਟੋਰੀ ਤੋਂ ਰਹਿਤ ਸੋਏ। ਉਹ ਤੇਰਾ ਨਿੱਜ ਸਰੂਪ ਹੈ, ਇਹ ਤੇਰਾ ਨਿੱਜ ਸਰੂਪ ਹੈ। ਯੁਗ ਜੀ ਗੱਲ ਹੋ ਰਿਹਾ, ਜਿੱਦਾਂ ਸਾਡੇ ਕੁਝ ਡ੍ਰੀਮਸ ਹੁੰਦੇ ਨੇ ਜਾਂ ਕੁਝ ਐਸਪੀਰੇਸ਼ਨਸ ਹੁੰਦੀ ਬੰਦੇ ਦੀ, ਅਤੇ ਬੰਦਾ ਉਹਨੂੰ ਫੋਲੋ ਕਰਦਾ ਹੈ। ਹਾਂਜੀ, ਅਤੇ ਉਹ ਰਾਈਟ ਪਾਥ ਹੈ, ਮਤਲਬ ਉਹਦਾ ਰਾਈਟ ਪਾਥ ਨਹੀਂ, ਜਿਹਦੇ ਖੋ ਜਾਂਦਾ ਬੰਦਾ, ਮਾਇਆ 'ਚ ਹੋ ਜਾਂਦਾ ਹੈ, ਉਹ ਬੈਟਰ ਹੈ? ਜਾਂ ਫਿਰ ਉਹਨੂੰ ਸਾਈਡ ਰੱਖ ਕੇ ਆਪਾਂ ਕਹੀਏ ਕਿ ਬਈ ਜਿਹੜਾ ਨਾਉਨੈਸ ਹੈ ਉਹਦੇ ਲਈ ਫਾਈਟ ਨਾ ਕਰਕੇ ਨਾਉ 'ਚ ਰਹੀਏ? ਜਿੱਦਾਂ ਤੁਸੀਂ ਕਿਹਾ ਕਿ ਦੇਖੋ, ਜਿਸ ਕੀ ਰਹੀ ਭਾਵਨਾ ਜੈਸੀ, ਪ੍ਰਭ ਮੂਰਤ ਪ੍ਰਗਟੀ ਹੈ ਤੈਸੀ। ਵੱਖ-ਵੱਖ ਅਵਸਥਾਵਾਂ ਨੇ, ਕੋਈ ਕਿਤੇ ਹੈ, ਕੋਈ ਕਿਤੇ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਡ੍ਰੀਮਸ ਤੁਸੀਂ ਫੁੱਲਫਿਲ ਕਰਨੇ ਆ ਤਾਂ ਕਰੋ, ਇਹ 'ਚ ਕੋਈ ਮਾੜੀ ਗੱਲ ਨਹੀਂ। ਜੇ ਤੁਹਾਡਾ ਅੰਦਰ ਦੀ ਖੋਜ ਦੀ ਇੱਛਾ ਹੈ ਤਾਂ ਉਹ ਕਰ ਲਓ। ਜੇ ਤੁਹਾਨੂੰ ਆ ਕਿ ਮੈਂ ਸੰਸਾਰ ਦੇ ਵਿੱਚ ਰਹਿਣਾ ਹੈ, ਮੈਨੂੰ ਇੰਜੋਏ ਕਰਨਾ, ਉਹ ਤਾਂ ਆਪੋ ਆਪਣਾ ਹੈ। ਇਹ ਜ਼ਰੂਰੀ ਨਹੀਂ ਕਿ ਆਪਾਂ ਸਾਰਿਆਂ 'ਤੇ ਲਾਗੂ ਨਹੀਂ ਕਰਨਾ ਕਿ ਸਾਰਿਆਂ ਨੂੰ ਆਪਾਂ ਆਤਮ ਗਿਆਨੀ ਬਣਾਉਣਾ ਹੈ, ਬ੍ਰਹਮ ਗਿਆਨੀ ਬਣਾਉਣਾ ਹੈ। ਸੰਸਾਰ 'ਚ ਕੁਝ ਦੂਜੇ ਵੀ ਰਹਿਣ ਦਿਓ। ਸੋ ਇਟਸ ਟੋਟਲੀ ਫਾਈਨ। ਜੋ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਉਹੀ ਕਰੋ। ਬਾਕੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਦੈਟ ਇਜ਼ ਦੀ ਐਸੈਂਸ ਆਫ ਧਰਮਾ। ਪਰ ਮੇਰੇ ਖਿਆਲ ਹੈ ਜੀ ਯੋਗੀ ਜੋ ਉਹ ਪੁੱਛਣਾ ਚਾਹ ਰਿਹਾ ਕਿ ਮਤਲਬ ਜੇ ਕਿਸੇ ਦੀ ਰੁਚੀ ਹੋਏ ਬ੍ਰਹਮ ਗਿਆਨ ਦੇ ਵਿੱਚ ਵੀ, ਤੇ ਕੀ ਉਹਨੂੰ ਫਿਰ ਡ੍ਰੀਮਸ ਤਿਆਗਣੇ ਪੈਣੇ ਜਾਂ ਉਹਦਾ ਕਿ ਜਿਹੜਾ ਇਹ ਪਾਥ ਫੋਲੋ ਕਰਨ ਲਈ ਨਾ ਇਹ ਇੱਕ ਐਸਾ ਮਾਰਗ ਹੈ ਜਿਹਨੇ ਇਸ ਨੂੰ ਪਾ ਲਿਆ, ਉਹਦੀਆਂ ਸਾਰੀਆਂ ਡ੍ਰੀਮਸ ਆਟੋਮੈਟਿਕਲੀ ਫੁੱਲਫਿਲ ਹੋ ਗਈਆਂ। ਅਤੇ ਜਿਹਨੇ ਇਹਨੂੰ ਨਹੀਂ ਪਾਇਆ, ਸਾਰੀਆਂ ਡ੍ਰੀਮਸ ਫੁੱਲਫਿਲ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਫੁੱਲਫਿਲ ਹੋਇਆ। ਕਸਮਿਨ ਨੂੰ ਭਗਵੋ ਵਿਗਿਆਤੇ ਸਰਵਿਦਮ ਵਿਗਿਆਤਮ ਭਾਵਤਿਤੀ। ਸ਼ਾਸਤਰਾਂ 'ਚ ਲਿਖਿਆ ਹੈ ਕਿ ਮੈਨੂੰ ਉਹ ਸਿਖਾਲ, ਮੈਨੂੰ ਉਹ ਦੱਸ ਜਿਹਦੇ ਜਾਣਨ ਨਾਲ ਸਾਰਾ ਕੁਝ ਜਾਣਿਆ ਜਾਏ। ਇਹ ਉਹ ਹੈ, ਇਹ ਉਹਨੂੰ ਨਾਮ ਕਹਿੰਦੇ ਨੇ। ਜਿਹਨੇ ਇਹਨੂੰ ਪਾ ਲਿਆ, ਉਹਦੀ ਸਾਰੀ ਡ੍ਰੀਮਸ ਆਪਣੇ ਆਪ ਹੀ ਫੁੱਲਫਿਲ ਹੋ ਗਏ। ਹਾਂ, ਥੋੜਾ ਟਾਈਮ ਜ਼ਿਆਦਾ ਹੈਗਾ ਨਹੀਂ ਸਾਡੇ ਕੋਲ, ਤਾਂ ਅਗਰ ਆਪ ਜੀ ਅੱਗੇ ਤੋਂ ਫਿਰ ਥੋੜਾ ਮੈਡੀਕੇਸ਼ਨ 'ਤੇ ਵਾਪਸ ਆਈ ਹੈ, ਕਿਉਂਕਿ ਉਹ ਤਾਂ ਪਿੱਛੇ ਹੀ ਰਹਿ ਗਿਆ। ਮੈਡੀਸਨ ਦੇ ਉੱਤੇ ਵਾਪਸ ਆਈ ਹੈ। ਅਤੇ ਇੱਕ ਜਿਹੜਾ ਆ ਸੀ, ਆਪਾਂ ਥੋੜਾ ਆਫ ਟॉपिक जा रहे हैं। मेरे को एक और क्वेश्चन उस पर आएंगे। ठीक, एक मैं जिड़ा आप जी तो आपने मेरे ख्याल चल रहा है 2 बार ही आप जी ने मेरे ख्याल तुक पढ़ी है, पवन ना पाख्या साध्या मन ना सच ना आराध्या, सच ना आराध्या। मेरे ख्याल है इफ आई एम नॉट रॉन्ग, इसी तो पिछली तुक है बिंद ना राख्या। ते ਤੁਸੀਂ ਹੋਰ ਤਾਂ ਡੀਪ ਜਾ ਰਹੇ ਜੇ। ਮੈਂ ਕਿਹਾ ਥੋੜਾ ਜਿੰਨੇ ਵਿਊਅਰਸ ਵੀ ਆ ਉਹਨੂੰ ਵੀ ਪਤਾ ਲੱਗਣਾ ਚਾਹੀਦਾ। ਬਿੰਦ ਮੇਰੇ ਖਿਆਲ ਹੈ ਬਿੰਦ ਮੈਨੇ ਸੈਕਸ਼ੂਅਲ ਐਨਰਜੀ, ਸੀਮਨ ਨੂੰ ਕਹਿੰਦੇ, ਬਿੰਦ ਸੀਮਨ ਨੂੰ ਕਹਿੰਦੇ ਨੇ। ਤੇ ਰੱਖਣਾ ਕੀ ਮਤਲਬ ਹੈ ਕਿ ਆਪਾਂ ਨੂੰ ਰਿਟੈਂਸ਼ਨ ਕਰਨੀ ਹੈ, ਕੰਟਰੋਲ ਕਰਨਾ। ਇੱਕ ਪ੍ਰਾਤਨ ਸਾਧੂ ਜਨ ਜਿਹੜੇ ਗ੍ਰਸਤੀ ਨਹੀਂ ਗਏ, ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਉਪਦੇਸ਼ ਆ ਸਾਰਿਆਂ ਵਾਸਤੇ ਆ, ਕੁਝ ਉਪਦੇਸ਼ ਸਰਟਨ ਗਰੁੱਪ ਆਫ ਪੀਪਲ ਵਾਸਤੇ ਆ, ਕਿਉਂਕਿ ਇਹ ਸਭ ਦਾ ਗੁਰੂ ਹੈ, ਇਕੱਲੇ ਗ੍ਰਸਤੀਆਂ ਦਾ ਗੁਰੂ ਨਹੀਂ ਗਾ। ਤੋ ਇਹ ਇਸੇ ਤਰ੍ਹਾਂ ਤਾਈਓ ਗੁਰੂ ਗ੍ਰੰਥ ਸਾਹਿਬ ਨੂੰ ਜੇ ਆਪਾਂ ਸੰਪੂਰਨ ਸਮਝਣਾ ਹੈ ਤਾਂ ਕਿਸੇ ਸਾਧਕ ਕੋਲ, ਕਿਸੇ ਸਾਧੂ ਮਹਾਤਮਾ ਕੋਲ ਬੈਠ ਕੇ ਸਾਨੂੰ ਸਮਝਣਾ ਪਏਗਾ। ਤਾਂ ਫਿਰ ਕੰਫਿਊਜ਼ਨ ਹੋ ਜਾਂਦੀ ਆ। ਜਿਹੜਾ ਸਮੁੰਦਰ ਦਾ ਪਾਣੀ ਹੁੰਦਾ ਨਾ, ਡਾਇਰੈਕਟ ਪੀ ਲਓ ਤਾਂ ਗੜਬੜ ਹੋ ਜਾਂਦੀ ਆ, ਬਟ ਉਹੀ ਪਾਣੀ ਜਦੋਂ ਆਪਣਾ ਉੱਪਰ ਬਦਲਾਂ 'ਚ ਜਾ ਕੇ ਡਿੱਗਦਾ ਹੈ ਤਾਂ ਉਹ ਮਨ ਨੂੰ ਸ਼ਾਂਤ ਦਿੰਦਾ, ਸੀਤਲ ਕਰਦਾ ਹੈ। ਤੋ ਇਸੇ ਤਰ੍ਹਾਂ ਇਹ ਜੋ ਬ੍ਰਹਮ ਗਿਆਨ ਹੈ ਨਾ, ਇਹਨੂੰ ਅਪਰੋਚ ਕਰਨ ਦਾ ਤਰੀਕਾ ਹੈ। ਤੋ ਆਹ ਜਿਹੜੀ ਤੁਕ ਹੈ, ਇਹਦੇ ਅੰਦਰ ਜੋ ਗ੍ਰਸਤ ਮਾਰਗ ਵਿੱਚ ਨਹੀਂ ਹਨ, ਤੋ ਇੱਕ ਪ੍ਰਾਤਨ ਵਿਚਾਰਧਾਰਾ ਹੈ ਜਿਹਦੇ ਵਿੱਚ ਜਦੋਂ ਆਪਾਂ ਰੋਟੀ ਖਾਂਦੇ ਹਾਂ, ਜਦੋਂ 80 ਬੁਰਕੀਆਂ ਰੋਟੀ ਦੀਆਂ ਇੱਕ ਡ੍ਰੌਪ ਆਫ ਬਲੱਡ ਨੂੰ ਕ੍ਰੀਏਟ ਕਰਦੀ ਹੈ। ਦਿਸ ਇਜ਼ ਅਕੋਰਡਿੰਗ ਟੂ ਦ ਯੋਗਿਕ ਸਾਇੰਸ।
ओके, नॉट द मेन स्ट्रीम सब, बट योगिक साइंस मैं गल कर रहा तो 80 बुरकियाँ 80 bites of food creates 1 drop of blood. 80 drops of blood creates 1 drop of sexual energy. ਤੇ ਜੇ ਆਪਾਂ ਇਹਨੂੰ ਵੇਸਟ ਨਾ ਕਰੀਏ ਤਾਂ ਇਹ ਹੌਲੀ ਹੌਲੀ ਓਜਸ ਬਣ ਜਾਂਦੀਆਂ ਨੇ। ओजस तक यार ਓਜਸ ਜੋ ਹੈ ਐਸੈਂਸ ਆਫ ਦ ਫਿਜ਼ੀਕਲ ਬਾਡੀ। ਹੁਣ ਫਿਜ਼ੀਕਲ ਜੀਵਨ ਜੋ ਹੈ ਆਪਣੀਆਂ ਜੋ ਅੰਦਰ ਧਾਤੂ ਨੇ, ਜੋ ਮਸਲਸ ਇਤਿਆਦ ਨੇ, there is this essence that helps it to stay healthy. ਜੇ ਆਪਾਂ ਸੀਮਨ ਨਹੀਂ ਰਿਲੀਜ਼ ਕਰਦੇ, ਸੈਕਸ਼ੂਅਲ ਐਨਰਜੀ ਨਹੀਂ ਰਿਲੀਜ਼ ਕਰਦੇ, ਵਿਦਿਨ 40 days it changes its form. ਜਿਵੇਂ ਕਿ ਆਮ ਵਿਚਾਰਧਾਰਾ ਹੈ ਕਿ ਸੱਪ ਜੇ ਡੰਗ ਨਾ ਮਾਰੇ ਕੁਝ ਸਮੇਂ ਬਾਅਦ ਉਹ ਮਨੀ ਬਣ ਜਾਂਦੀ ਹੈ। ਠੀਕ, ਇਹ ਵਿਚਾਰਧਾਰਾ ਹੈ। just taking that example. So if we don't throw our whole body is a factory that is creating sexual energy, both male and female. Whatever we eat, whatever we put into the body, ultimately it is cultivated into sexual energy. So sexual energy is the essence of life. It is that which can give birth to someone who is exactly like you, right? So je ਆਪਾਂ ਇਹਨੂੰ release ਨਹੀਂ ਕਰਦੇ, we hold on to it, and there's a whole method of how to hold into it. There are locks, there are ਬੰਧਾਸ। ਮਹਾਰਾਜ ਬਾਣੀ 'ਚ ਵੀ ਕਹਿੰਦੇ ਨੇ ਮੂਲ ਦੁਆਰੇ ਬੰਦੇ ਆ ਬੰਦ, ਅਸੁਰ ਨਦੀ ਕਾ ਬੰਦੇ ਮੂਲ। ਸਾਰਾ ਕੁਝ ਗੁਰੂ ਗ੍ਰੰਥ ਸਾਹਿਬ 'ਚ ਮੈਂ ਕਹਿ ਰਿਹਾ, ਬਿਕੋਜ਼ ਦ ਸੈਡ ਪਾਰਟ ਇਜ਼ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਦੀ ਇਸ ਤਰ੍ਹਾਂ ਇਸ ਪਰਸਪੈਕਟਿਵ ਨਾਲ ਕਦੀ ਵੇਖੇ ਨਹੀਂ। ਠੀਕ ਹੈ ਨਾ। ਅਸੁਰ ਨਦੀ ਕਾ ਬੰਦੇ ਮੂਲ। ਜਿਹੜੀ ਅਸੁਰ ਨਦੀ ਹੈ ਵਿਚ ਇਜ਼ ਦ ਸੈਕਸ਼ੂਅਲ ਆਰਗਨ, ਮਹਾਰਾਜ ਕਹਿੰਦੇ ਇਹਨੂੰ ਬੰਦ ਲਗਾ ਕੇ ਰੱਖੇ। ਅਸੁਰ ਨਦੀ ਕਾ ਬੰਦੇ ਮੂਲ। ਜਦੋਂ ਹੋਰ ਵੀ ਲੌਕਸ ਨੇ, ਮੂਲ ਬੰਦ ਹੈ, ਉਦਿਆਨ ਬੰਦ ਹੈ, ਫਿਰ ਮਹਾਬੰਦ ਹੈ, ਇੱਕ ਰਿਸ਼ੀ ਬੰਦ ਹੈ, ਇਤਿਆਦ ਇੱਕ ਯੋਗਿਕ ਸਾਇੰਸ ਆ, ਆਪਾਂ ਉਹਦੇ ਵੱਲ ਨਹੀਂ ਜਾ ਰਹੇ। ਜਦੋਂ ਆਪਾਂ ਆਰਡੀਨਰੀਲੀ ਜੇ ਸਾਨੂੰ ਕੁਝ ਵੀ ਨਹੀਂ ਪਤਾ, ਜੇ ਆਪਾਂ 40 days ਆਪਣੀ ਸੈਕਸ਼ੂਅਲ ਐਨਰਜੀ ਨੂੰ ਰਿਲੀਜ਼ ਨਹੀਂ ਕਰਦੇ, ਇਟ ਇਜ਼ ਕਨਵਰਟਡ ਇਨਟੂ ਓਜਸ। ਓਜਸ ਇਜ਼ ਦੀ ਐਸੈਂਸ ਆਫ ਲਾਈਫ, ਜਿਹਦੇ ਨਾਲ ਸਾਨੂੰ ਨੋਰਿਸ਼ਮੈਂਟ ਮਿਲਦੀ ਆ, ਜਿਹਦੇ ਕਰਕੇ ਸਾਡੇ ਮਨ ਦੇ ਵਿੱਚ ਆਪਣੀ ਮੈਮਰੀ ਜਿਹੜੀ ਹੈ ਉਹ ਇਨਕਰੀਜ਼ ਹੁੰਦੀ ਹੈ। ਸਾਡੀ ਕਿਉਂਕਿ ਜਿਉਂ-ਜਿਉਂ ਐਸ ਵੀ ਏਜ, ਸਾਡੀਆਂ ਜਿਹੜੀਆਂ 5 ਸੈਂਸਸ ਨੇ ਇਹ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਐਂਡ ਇਫ ਯੂ ਡਿਡ ਨਾਟ ਵੇਸਟ ਯੋਰ ਸੈਕਸ਼ੂਅਲ ਐਨਰਜੀ ਇਨ ਯੋਰ ਯੂਥ, ਦੈਨ ਦਿਸ ਇਜ਼ ਵੈਰੀ ਹੈਲਪਫੁਲ ਐਸ ਯੂ ਏਜ। ਸਿੰਪਲ ਤਰੀਕਾ ਇਹ ਹੈ। ਤੋ ਬਿੰਦ ਜਿਹੜਾ ਮਹਾਰਾਜ ਇੱਕ ਹੋਰ ਵੀ ਥਾਂ ਕਹਿੰਦੇ ਨੇ, ਸੁਪਨੇ ਬਿੰਦ ਨਾ ਦੀਨੇ ਚੜ੍ਹਨੇ। ਸੁਪਨੇ ਦੇ ਵਿੱਚ ਵੀ ਬਿੰਦ ਨੂੰ ਰੋਕਣ ਦਾ ਇੱਕ ਤਰੀਕਾ ਹੈ। ਸੋ ਦਿਸ ਇਜ਼ ਫॉर ਦੋਜ਼ ਹੂ ਆਰ ਨਾਟ ਇਨ ਦੀ ਗ੍ਰਸਥ ਮਾਰਗ। ਦਿਸ ਇਜ਼ ਅ ਸਾਇੰਸ which can be learned and which can be experimented on the physical body. This is in short. Although this itself is a beautiful topic, maybe in the future we can totally talk around this, how to cultivate the sexual energy and how to expand your consciousness. There's a whole method of diverting the sexual energy through the Shushmana Nadi into the Sahasrara. It's a very simple method. Anybody can do it. Yeah, it's not a complicated thing. Usually talking about when you say 40 days of conserving it, usually what happens is in the youth, it'll obviously go down in your sleep. Yeah. Right? So there is a method of preserving it. There's a whole tool. There's a technique of holding it. So that has to be learned from the yogis, from the sadhus. In the past, even in the Sikh tradition, specifically in the Udasi, in the Sikh tradition, there are sadhus. In front of their name, there was this title Nirbhan. Nirbhan Santok Das ji, for example, ਜਿਨ੍ਹਾਂ ਨੇ ਬ੍ਰਹਮ ਬੂਟਾ ਅਖਾੜਾ ਦਰਬਾਰ ਸਾਹਿਬ ਦੇ ਲਾਗੇ ਉਹਨਾਂ ਨੇ ਐਸਟੈਬਲਿਸ਼ ਕੀਤਾ ਸੀ। ਨਿਰਬਾਨ ਪ੍ਰੀਤਮ ਦਾਸ ਜੀ, which is also an akhada of the Udasis, directly in front of the Darbar Sahib, known as Sangalwada Akhada. So Nirbhan Pritam Das ji, Nirbhan Santok Das ji, for example, ਜਿਹੜਾ ਨਿਰਬਾਣ ਹੈ, ਨਿਰਬਾਣ ਭਾਵ ਜਿਹਨੇ ਆਪਣਾ ਬਾਣ ਛੱਡਿਆ ਨਹੀਂ, ਉਹਨੂੰ ਕਹਿੰਦੇ ਨੇ ਨਿਰਬਾਣ। ਜਿਨ੍ਹਾਂ ਨੇ ਸੁਪਨੇ ਵਿੱਚ ਵੀ ਆਪਣਾ ਬਿੰਦ ਨਹੀਂ ਝਾੜਨ ਦਿੱਤਾ, that's a technique, that's a tool.
ਐਂਡ ਇਹ ਫਿਰ ਜਿਹੜੀ ਸੈਕਸ਼ੂਅਲ ਐਨਰਜੀ ਆ ਕੈਨ ਬੀ ਕਨਵਰਟਡ ਇਨਟੂ ਸਪਿਰਿਚੁਅਲ ਐਨਰਜੀ ਸੋ ਦੈਟਸ ਅ ਹੋਲ ਟੈਕਨੀਕ ਦੈਟਸ ਅ ਟੂਲ ਵਿਚ ਕੈਨ ਬੀ ਅਪਲਾਈਡ ਸੋ ਬਾਣ ਨਹੀਂ ਛੱਡਿਆ ਮੀਨਸ ਹੋਲ ਲਾਈਫ ਨਾਟ ਇਵਨ ਦੇ ਨਾਟ ਯੰਗ ਇਵਨ ਏਜ ਸੁਪਨੇ ਚ ਵੀ ਨਹੀਂ ਉਹਨੂੰ ਨਿਰਵਾਣ ਕਹਿੰਦੇ ਆ so from birth from birth so there is the whole method which starts the moment an individual reaches puberty so the training is given okay so this is a science it's a lost science which once upon a time almost every udasi sadhu in the past and these great sadhus that we have in our tradition even in the Nirmala tradition Baba Nand Singh ji Baba Ishwar Singh ji ਇਤਿਆਦ ਜੋ ਸਾਧੂ ਹੋਏ ਨੇ ਇਹ ਸਾਰੇ ਦੇ ਸਾਰੇ ਬਾਲ ਯਤੀ ਸਨ ਜਿਨ੍ਹਾਂ ਨੇ ਕਦੀ ਸੁਪਨੇ 'ਚ ਵੀ ਬਿੰਦ ਨਹੀਂ ਚੜਨ ਦਿੱਤਾ ਸੋ this whole technology they were not grasti they were not grasti Baba Ishwar Singh also yeah ਰਾੜੇ ਵਾਲੇ and also ਨਾਨਕ ਸਰ ਵਾਲੇ right even Baba Nand Singh ਜੀ ਸੋ ਇਹ ਇੱਕ ਟੈਕਨੀਕ ਇੱਕ ਟੂਲ ਆ ਜੋ ਸਿੱਖਣੀ ਪੈਂਦੀ ਹੈ ਸੋ ਪ੍ਰੋਬਲਮ ਇਸ ਕਿ ਅੱਜ ਅਸੀਂ ਸਾਧਕ ਨਹੀਂ ਰਹੇ ਅੱਜ ਆਪਾਂ ਸਕਾਲਰ ਜ਼ਿਆਦੇ ਹੋ ਗਏ ਆ ਵਿਦਵਾਨ ਅਸੀਂ ਹੋ ਗਏ ਆ ਬਟ ਸਾਧਕ ਨਹੀਂ ਰਹੇ ਸੋ ਜਦੋਂ ਵਿਦਵਾਨ ਹੋ ਜਾਈਏ ਤੇ ਸਾਧਕ ਨਾ ਰਹੀਏ ਤਾਂ ਫਿਰ ਇੰਬੈਲੈਂਸ ਹੋ ਜਾਂਦਾ ਹੈ ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਇਹਨਾਂ 'ਚ ਸੱਤਾ ਹੈ ਬਟ ਇਟ ਡਿਪੈਂਡਸ ਔਨ ਯੂ ਕਿ ਤੁਸੀਂ ਕਿਸ ਮਾਰਗ ਤੇ ਤੁਰਨਾ ਹੈ ਅਕੋਰਡਿੰਗਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਉਸੇ ਤਰ੍ਹਾਂ ਦਾ ਉਪਦੇਸ਼ ਦਿੰਦਾ ਹੈ ਇਹ ਕੇਵਲ ਇੱਕ ਵਰਗ ਵਾਸਤੇ ਨਹੀਂ ਗਾ ਇਹ ਸਾਰਿਆਂ ਵਾਸਤੇ ਆ ਕੋਈ ਵੀ ਕਿਸੇ ਵੀ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤੀ ਨਾਲ ਸੰਬੰਧ ਰੱਖੇ ਉਹਨੂੰ ਐਗਜ਼ੈਕਟਲੀ ਉਸੇ ਰੂਪ ਵਿੱਚ ਮਹਾਰਾਜ ਉਹਨੂੰ ਉਪਦੇਸ਼ ਦਿੰਦੇ ਨੇ can a grasti also do this or it is only for the sannyasis the udasis no if you want to do this how you going to expand no if a grasti I'm asking like if a grasti wants to learn this method yes and he'll use it for his own but when he wants to reproduce he can then like he can go both ways exactly it can be learned It can it's be very learned. simple it is not difficult yeah to divert the sexual energy through the shushmana in the back nerve from the testicles there is a nerve it's a suksham nerve it's a subtle body in the subtle body which is activated through the mind so there's a certain sadhana once you've done that and then there's a certain visualization and the moment you bring awareness to the testicles and you with your mind can divert that energy up into the sahasrara which gives an experience of joy experience of expansion of your consciousness and a temporarily samadhi which is known as sankalp samadhi it's not difficult it is very simple but it has to be learned so this is the essence because there are certain things we don't share on in public which has to be only learned from teacher to student okay ਸੁੱਖਾ ਹੁੰਦਾ ਇੱਕ ਜਿਹੜੇ ਕਈ ਸਿੱਖ ਵਰਤਦੇ ਵੀ ਨੇ ਟ੍ਰੈਡੀਸ਼ਨ 'ਚ ਇਹ once upon a time ਇਹ ਮੈਡੀਸਨ ਸੀ ਹਾਂਜੀ ਇਹ ਜ਼ਰੂਰਤ ਸੀ ਉਹਨਾਂ ਦਿਨਾਂ 'ਚ